ਲਾਲ ਕਿਲੇ ਤੇ ਜੋ ਵੀ ਬੀਤਿਆ ਉਹ ਕਹਿੰਦੇ ਰਹੇ ਵੀ ਇਹ ਖਾਲਿਸਤਾਨੀ ਹੈ, ਅੱਤਵਾਦੀ ਹੈ, ਇਹ ਗਦਾਰ ਹੈ। ਇੱਕ ਨਿਸ਼ਾਨ ਸਾਹਿਬ ਚੜਾਉਣ ਦੇ ਨਾਲ ਗਦਾਰ ਤਾਂ ਨਹੀਂ ਹੁੰਦੇ, ਸਰਦਾਰ ਹੁੰਦੇ ਨੇ। ਤੁਹਾਡੇ ਮਨ 'ਚ ਕੀ ਸੀ ਵੀ ਉੱਥੇ ਜਾ ਕੇ ਕੀ ਕਰਨਾ? 26 ਜਨਵਰੀ ਦਾ ਟਰੈਕਟਰ ਮਾਰਚ, ਤੁਹਾਡੇ ਮਨ 'ਚ ਪਲੈਨਿੰਗ ਕੀ ਸੀ? ਮਨ ਦੇ ਵਿੱਚ ਕੁਝ ਨਹੀਂ ਜੀ, ਇਹ ਤਾਂ ਜਦੋਂ ਇੱਥੋਂ ਤੁਰੇ ਇਹੋ ਹੀ ਕੀ ਟਰੈਕਟਰ ਪਰੇਡ ਹੋਣੀ ਆ, ਇੱਕ ਨਗਰ ਕੀਰਤਨ ਦੀ ਤਰ੍ਹਾਂ। ਜਦੋਂ ਅਸੀਂ ਤੁਰੇ ਫਿਰ ਸਾਨੂੰ ਇਹ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਨਗਰ ਕੀਰਤਨ ਹੀ ਜਾ ਰਿਹਾ, ਨਗਰ ਕੀਰਤਨ ਹੀ ਵਾਪਸ ਆ ਜਾਏਗਾ, ਐਵੇਂ ਦਾ ਮਹਿਸੂਸ ਹੋਇਆ। ਤਾਂ ਫਿਰ ਜਦੋਂ ਲਾਲ ਕਿਲੇ ਤੱਕ ਜਾਣ ਦਾ ਸਬਬ ਉਹ ਕਿਵੇਂ ਬਣਿਆ? ਉਹ ਜਦੋਂ 25 ਨੂੰ ਉਹਨਾਂ ਨੇ ਕਿਹਾ ਰਿੰਗ ਰੋਡ ਤੇ ਜਾਣਾ ਵਾ, ਤੇ ਉਹੀ ਅਸੀਂ ਮੰਨ ਕੇ ਚੱਲੇ ਵੀ ਰਿੰਗ ਰੋਡ ਤੇ ਜਾਣਾ ਵਾ। ਦਿੱਲੀ ਦੇ ਵਿੱਚ ਤੇ ਕੋਈ ਅਸੀਂ ਇਹ ਜਾਣੂ ਨਹੀਂ ਸੀ ਵੀ ਰਿੰਗ ਰੋਡ ਕਿਹਨੂੰ ਕਹਿੰਦੇ ਆ, ਕੀ ਹੁੰਦਾ ਰੋਡ, ਕਿਵੇਂ ਦਾ ਹੋਊਗਾ। ਅਸੀਂ ਤੇ ਵੀ ਮਨ ਦੇ ਵਿੱਚ ਸੋਚਦੇ ਹਾਂ। ਉੱਥੋਂ ਬਾਅਦ ਦੇ ਵਿੱਚ ਜਦੋਂ ਇੱਕ ਦਾ ਨੂੰ ਕਾਫਲਾ ਹੋ ਗਿਆ, ਅਸੀਂ ਵੀ ਉਹਨਾਂ ਦੇ ਮਗਰ ਹੀ ਚੱਲ ਗਏ ਸਿੱਧਾ। ਜਦੋਂ ਉਦੋਂ ਹੀ ਇੱਕ ਦਮ ਪਤਾ ਲੱਗਾ ਕਿ ਲਾਲ ਕਿਲੇ ਜਾ ਕੇ ਪਹੁੰਚ ਗਏ। ਕੋਈ ਸਪੈਸ਼ਲ ਬੰਦਾ ਤੁਹਾਡੇ ਅੱਗੇ ਲੱਗਾ ਜਿਹੜਾ ਕਹਿੰਦਾ ਸੀ ਵੀ ਇੱਧਰ ਲਾਲ ਕਿਲਾ ਹੈ, ਜਾਂ ਕੋਈ ਅਨਾਉਂਸਮੈਂਟ ਹੋ ਰਹੀ ਸੀ ਵੀ ਇੱਧਰ ਚੱਲੋ ਇੱਧਰ ਚੱਲੋ? ਕੁਝ ਕੋਈ ਨਹੀਂ, ਐਵੇਂ ਜਾ ਰਹੇ ਸੀ, ਕੋਈ ਲੀਡਰ ਨਹੀਂ ਸੀ ਉਹਨੂੰ ਕਰ ਰਿਹਾ ਲੀਡ। ਸਾਰੇ ਉਧਰ ਨੂੰ ਹੋ ਗਿਆ ਸਾਰਾ ਗਰੁੱਪ, ਸਾਰਾ ਕੁਝ ਹੋ ਗਿਆ। ਜਦੋਂ ਅਸੀਂ ਅੰਦਰ ਪਹੁੰਚੇ ਹਾਂ, ਅਸੀਂ ਆਪਣਾ ਐਵੇਂ ਟਰੈਕਟਰਾਂ ਦੇ ਨਾਲ ਫੋਟੋ ਸੈਲਫੀ ਲੈਣ ਡਏ ਪਏ। ਜਦੋਂ ਮੈਂ ਉਹਨਾਂ ਨੂੰ ਦੋਵਾਂ ਜਾਣਿਆਂ ਨੂੰ ਵੇਖਿਆ, ਸਿੰਘਾਂ ਨੂੰ, ਉਹ ਟਰਾਈ ਕਰਨ ਰਹੇ ਸੀ ਪੋਲ ਦੇ ਉੱਪਰ ਚੜ੍ਹਨ ਦੀ। ਜਦੋਂ ਤੁਸੀਂ ਸੈਲਫੀਆਂ ਵਗੈਰਾ ਲੈ ਰਹੇ ਸੀ ਤਾਂ ਨੌਜਵਾਨ ਉੱਥੇ ਕੀ ਕਿਹੜਾ ਝੰਡਾ ਔਰ ਕਿੱਥੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ? ਉਹ ਜਿਹੜਾ ਖਾਲੀ ਪੋਲ ਸੀ ਉਹ 'ਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਹਾਂਜੀ, ਤੇ ਬਾਅਦ ਦੇ ਵਿੱਚ ਜਾਂਦੇ ਆ ਸਾਰੀ ਮੈਂ ਆਪਣੇ ਸ਼ੂਜ਼ ਉਤਾਰਤੇ, ਜਰਾਬਾਂ ਉਤਾਰਤੀਆਂ, ਤੇ ਜਾ ਕੇ ਫਿਰ ਉੱਥੇ ਚੜ੍ਹਿਆ ਤੇ ਨਾਲ ਹੀ ਉੱਥੇ ਨਿਸ਼ਾਨ ਸਾਹਿਬ ਫੜ ਲਿਆ। ਉੱਥੇ ਨਾਲ ਹੀ ਇੱਕ ਲੈ ਕੇ ਖਲੋਤੇ ਸੀ ਕੋਈ ਜਿਹੜਾ ਪੂਰਾ ਕਾਫਲਾ, ਤੋਂ ਫਿਰ ਉੱਪਰ ਲਾਤਾ ਮੈਂ ਜੀ, ਨਿਸ਼ਾਨ ਸਾਹਿਬ ਲਾਤਾ। ਤਾਂ ਤੁਹਾਡੇ ਮਨ 'ਚ ਸੀ ਵੀ ਇਹ ਜਿਹੜਾ ਕੰਮ ਹੋ ਗਿਆ ਇਹ ਕਿੱਡਾ ਕੁ ਵੱਡਾ ਕੰਮ ਆ, ਜਾਂ ਤੁਹਾਨੂੰ ਐ ਸੀ ਠੀਕ ਹੈ ਨਿਸ਼ਾਨ ਸਾਹਿਬ ਕੋਲ ਉਹਨਾਂ ਤੋਂ ਲੱਗਦਾ ਨਹੀਂ ਚਲੋ ਮੈਂ ਲਾਤਾ? ਇਹ ਸੀ ਤੁਹਾਨੂੰ? ਹਾਂਜੀ, ਇਹੀ ਹੀ ਵੱਡਾ ਕੰਮ ਤਾਂ ਸੋਚਿਆ ਨਹੀਂ ਸੀ ਵੀ ਇਹ ਕਿੱਡਾ ਵੱਡਾ ਕੰਮ ਹੋ ਗਿਆ, ਵੀ ਕਿਵੇਂ ਸਰਕਾਰ ਹੜ ਤੇ ਕੀ ਕਰੂਗੀ। ਤਾਂ ਉੱਥੇ ਲਾਠੀ ਚਾਰਜ ਹੋਇਆ, ਗੋਲੀ ਵਗੈਰਾ ਚੱਲੀ, ਤੁਸੀਂ ਉਸ ਤੋਂ ਪਹਿਲਾਂ ਹੀ ਮੋੜ ਆਏ ਸੀ? ਹਾਂਜੀ, ਉਸ ਤੋਂ ਪਹਿਲਾਂ ਹੀ ਆ ਗਏ ਸੀ ਜੀ। ਲੋਕਲ ਥਾਣੇ 'ਚ ਹੀ ਮਾਮਲਾ ਹੋਵੇ ਨਾ ਤੇ ਪੁਲਿਸ ਵਾਲੇ ਨਾਕੇ 'ਚ ਦਮ ਕਰ ਦਿੰਦੇ ਆ। ਔਰ ਤੁਹਾਡਾ ਤਾਂ ਭਾਰਤੀ ਹਕੂਮਤ ਨਾਲ ਟੱਕਰ ਸੀ ਜਗਰਾਜ ਸਿੰਘ ਦੀ। ਉਹਨਾਂ ਦੇ ਇਹੀ ਸਵਾਲ ਸੀ ਕਿ ਤੈਨੂੰ ਬਾਹਰੋਂ ਪੈਸੇ ਆ ਰਹੇ ਨੇ ਤੇ ਤੈਨੂੰ ਪੈਸੇ ਮਿਲੇ ਨੇ, ਜੋ ਵੀਡੀਓ ਮੈਂ ਤਾਂ ਹਾਲੇ ਤੱਕ ਉਹ ਵੀਡੀਓ ਨਹੀਂ ਵੇਖੀ। ਤਾਂ ਉਹਨਾਂ ਨੂੰ ਤੁਹਾਡੇ ਤੋਂ ਹੈਰਾਨਗੀ ਨਹੀਂ ਸੀ ਵੀ ਤੇ ਇੰਨਾ ਸਮਾਂ ਇਹਨੇ ਪੂਰੀ ਦੇਸ਼ ਦੀ ਫੋਰਸ ਤੋਂ ਬਚ ਕੇ ਰਹਿ ਗਿਆ ਜਗਰਾਜ ਸਿੰਘ? ਸਿੱਧਾ ਫੜਦੇ ਉਹਨਾਂ ਦਾ ਕੁਝ ਬਣ ਜਾਣਾ ਸੀ, ਐਵੇਂ ਉਹਨਾਂ ਦਾ ਕੁਝ ਬਣਿਆ ਨਹੀਂ। ਜਿਹੜਾ ਨਾਮ ਰੱਖਿਆ ਸੀ ਉਹ ਵਿੱਚ ਹੀ ਰਹਿ ਗਿਆ। ਵਿੱਚੇ ਰਹਿ ਗਿਆ ਉਹਨਾਂ ਦਾ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਦੇ ਤੇ UAPA ਲਾਈ ਜਾਵੇ। UAPA ਲਾਉਣ ਲਈ ਉਹਨਾਂ ਨੇ 6 ਫॉर ਜਸਟਿਸ ਨੂੰ ਧੱਕੇ ਨਾਲ ਇਸ ਕੇਸ ਨਾਲ ਜੋੜਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਜਿਹੜੇ ਆਫੀਸਰ ਸੀ IO, ਉਹ ਇਹਨੂੰ ਪੁੱਛਦੇ ਨੇ ਤੁਹਾਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਪ੍ਰਾਈਮ ਮਿਨਿਸਟਰ ਝੰਡਾ ਚੜਾਉਂਦੇ ਸੀਗੇ? ਇਹਨੇ ਕਿਹਾ ਹਾਂਜੀ। ਤੁਸੀਂ ਇਸ ਗੱਲ ਦੀ ਇਨ ਡੈਪਥ ਨੂੰ ਦੇਖੋ, ਇਹਨੇ ਉੱਥੇ ਜਾ ਕੇ ਝੰਡਾ ਚਲਾਇਆ ਜਿੱਥੇ ਪ੍ਰਾਈਮ ਮਿਨਿਸਟਰ ਚਲਾਉਂਦਾ ਸੀ। ਸੋ ਪ੍ਰਾਈਮ ਮਿਨਿਸਟਰ ਨੂੰ ਆਪਣੀ ਪਰਸਨਲ ਇਨਸਲਟ ਵੀ ਲੱਗੀ, ਜਿਹੜੀ ਉਹ ਧੱਕਾ ਕਰਨਾ ਚਾਹੁੰਦੇ ਸੀ, ਨਹੀਂ ਜੁੜੀ, ਕਿਉਂਕਿ ਕਿਸਾਨ ਅੰਦੋਲਨ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਾ ਸੀ। ਜੇ ਇਹਦੇ ਨਾਲ UAPA ਜੋੜਦੇ ਸੀ ਤੇ ਕਿਸਾਨ ਅੰਦੋਲਨ ਦੇ ਉੱਤੇ ਸਿੱਧਾ ਅਟੈਕ ਸੀਗਾ। 26 ਜਨਵਰੀ 2021 ਇੱਕ ਅਜਿਹਾ ਦਿਨ ਜਦੋਂ ਪੂਰੀ ਦੁਨੀਆ ਦੇ ਵਿੱਚ ਇੱਕ ਵੱਡੀ ਖਬਰ ਫੈਲੀ, ਖਾਸ ਕਰਕੇ ਭਾਰਤੀ ਮੀਡੀਆ ਦੇ ਲਈ ਇੱਕ ਬੜੀ ਵੱਡੀ ਸਨਸਨੀਖੇਜ਼ ਤਰੀਕੇ ਦੀ ਖਬਰ ਜਿਹੜੀ ਆ ਉਹ ਦਰਸਾਈ ਗਈ। ਇਹ ਕਿਹਾ ਗਿਆ ਕਿ ਲਾਲ ਕਿਲਾ ਉੱਥੇ ਤਿਰੰਗੇ ਦਾ ਅਪਮਾਨ ਹੋਇਆ ਔਰ ਸਿੱਖਾਂ ਨੇ, ਕਿਸਾਨਾਂ ਨੇ ਉੱਥੇ ਖਾਲਿਸਤਾਨੀ ਜਿਹੜਾ ਹੈ ਉਹ ਨਿਸ਼ਾਨ ਸਾਹਿਬ ਜਾਂ ਝੰਡਾ ਚਾੜ੍ਹਤਾ ਹੈ। ਸਾਡੇ ਨਾਲ ਇੱਕ ਅਜਿਹੀ ਸ਼ਖਸੀਅਤ ਮੌਜੂਦ ਹੈ ਜਿਹਨੂੰ ਭਾਰਤੀ ਅਦਾਲਤ ਨੇ 26 ਜਨਵਰੀ ਨੂੰ ਲਾਲ ਕਿਲਾ ਦੇ ਉੱਤੇ ਕੇਸਰੀ ਨਿਸ਼ਾਨ, ਇੱਕ ਧਾਰਮਿਕ ਨਿਸ਼ਾਨ ਚਲਾਉਣ ਦੇ ਮਾਮਲੇ ਦੇ ਵਿੱਚ, ਕੇਸ ਦੇ ਵਿੱਚ ਪੱਕੀ ਜ਼ਮਾਨਤ ਦਿੱਤੀ ਹੈ। ਔਰ ਨਾਲ ਸਿੱਖ ਪੰਥ ਦੀ ਇੱਕ ਹੋਰ ਜਿਹੜੀ ਕਿ ਮਾਇਆਨਾਜ਼ ਹਸਤੀ ਵੀ ਮੌਜੂਦ ਹੈ। ਅਸੀਂ 26 ਜਨਵਰੀ ਦੇ ਉਸ ਘਟਨਾਕ੍ਰਮ ਬਾਰੇ ਕੁਝ ਸਮਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਉਦੋਂ ਤੋਂ ਲੈ ਕੇ ਬੇਸ਼ੱਕ 8 ਮਹੀਨਿਆਂ ਦੇ ਵਿੱਚ ਬਹੁਤ ਕੁਝ ਬਦਲਿਆ, ਪਰ ਉਹ ਸਮਾਂ ਕੈਸਾ ਸੀ? ਔਰ ਅੱਜ ਜਿਹੜਾ ਇੱਕ ਆਮ ਜਿਹਾ ਕਿਸਾਨਾਂ ਦਾ ਬੱਚਾ ਜੁਗਰਾਜ ਲਾਲ ਕਿਲੇ ਦੇ ਵਿੱਚ ਹਜ਼ਾਰਾਂ ਲੋਕਾਂ ਦੇ ਨਾਲ ਪੁੱਜਾ ਸੀ, ਉਹ ਅੱਜ ਜੁਗਰਾਜ ਸਿੰਘ ਖਾਲਸਾ ਬਣ ਚੁੱਕਿਆ। ਔਰ ਪੂਰੀ ਦੁਨੀਆ ਦੇ ਸਾਹਮਣੇ ਕੁਝ ਹੋਰ ਫੋਟੋ ਰਹੀ ਜਦੋਂ ਮੋਸਟ ਵਾਂਟਡ ਸੀ ਜੁਗਰਾਜ ਸਿੰਘ ਭਾਰਤੀ ਫੋਰਸਾਂ ਵਾਸਤੇ, ਦਿੱਲੀ ਪੁਲਿਸ ਦੇ ਵਾਸਤੇ। ਤਾਂ ਜੁਗਰਾਜ ਸਿੰਘ ਨੇ ਇਹ ਸਮਾਂ ਕਿਸ ਤਰ੍ਹਾਂ ਲੁਕ ਛੁਪ ਕੇ ਕੱਢਿਆ, ਗੁਰੀਲਾ ਨੀਤੀ ਅਸੀਂ ਕਹਿ ਸਕਦੇ ਹਾਂ, ਅਸੀਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਭਾਈ ਕੰਵਰਪਾਲ ਸਿੰਘ ਜੀ, ਭਾਈ ਜੁਗਰਾਜ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਜੁਗਰਾਜ ਸਿੰਘ ਜੀ, ਅੱਜ ਅਗਸਤ ਆ ਗਿਆ ਔਰ 26 ਜਨਵਰੀ ਦੀ ਅਸੀਂ ਗੱਲਬਾਤ ਕੀਤੀ ਹੈ। ਤਸਵੀਰ ਇੱਕ ਹੋਰ ਨੌਜਵਾਨ ਦੀ ਵਾਇਰਲ ਹੁੰਦੀ ਸੀ, ਉੱਤੇ ਲਿਖਿਆ ਜਾਂਦਾ ਸੀ ਵੀ ਜੁਗਰਾਜ ਸਿੰਘ ਮੋਸਟ ਵਾਂਟਡ, 1 ਲੱਖ ਰੁਪਈਆ ਰੱਖਤਾ ਜੀ ਦਿੱਲੀ ਫੋਰਸਾਂ ਨੇ। ਔਰ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਬਹੁਤ ਸਾਰੇ ਕੁਝ ਭਗਵਾਂ ਕਰਨ ਦੀ
ਪੋਸ਼ਾਕ ਪਾਏ ਹੋਏ ਖਾਤੇ ਆ, ਉਹ ਕਹਿੰਦੇ ਸੀ ਵੀ ਇਹਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਤੇ ਦੇਸ਼ ਦਾ ਬੜਾ ਵੱਡਾ ਵਿਰੋਧੀ ਹੈ, ਇਹਨਾਂ ਨੇ ਜੀ ਵੇਖੋ ਨੁਕਸਾਨ ਕਰਤਾ, ਇਸ ਤਰ੍ਹਾਂ। ਔਰ ਅੱਜ ਤੁਸੀਂ ਇਲਾਕੇ ਦੇ ਵਿੱਚ ਤੁਹਾਨੂੰ ਸੰਗਤ ਬਹੁਤ ਜ਼ਿਆਦਾ ਸਤਿਕਾਰ ਦੇ ਰਹੀ ਹੈ। ਅੱਜ ਸ਼ੁਕਰਾਨਾ ਸਮਾਗਮ ਹੋਇਆ, ਹਜ਼ਾਰਾਂ ਦੀ ਗਿਣਤੀ ਸਿੱਖ ਸੰਗਤ ਸੀ, ਭਾਈ ਜੁਗਰਾਜ ਸਿੰਘ ਖਾਲਸਾ ਤੱਕ ਪਹੁੰਚ ਗਏ ਹੋ। ਉਦੋਂ 'ਚ ਤੇ ਅੱਜ ਦੀ ਇਹ ਘੜੀ ਕਿੰਨਾ ਕੁ ਫਰਕ ਆ, ਤੁਸੀਂ ਮਹਿਸੂਸ ਕੀ ਕਰਦੇ ਹੋ? ਫਿਰ ਅਸੀਂ ਪੂਰੀ ਘਟਨਾ ਗੱਲਬਾਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਉਸ ਦਿਨ ਤੋਂ 26 ਜਨਵਰੀ ਤੋਂ ਲੈ ਕੇ ਅੱਜ ਤੱਕ ਬਹੁਤ ਬਦਲਾਅ ਆਇਆ। ਵੇਖੋ ਜੀ, ਮਹਾਰਾਜ ਨੇ, ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਅਮਰ ਦੀ ਦਾਤ ਬਖਸ਼ੀ, ਬਾਣੇ ਦੇ ਧਾਰਨ ਕੀਤਾ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਕਿ ਮੈਨੂੰ ਇਹ ਬਾਣੇ ਦੀ ਦਾਤ ਬਖਸ਼ੀ ਹੈ ਤੇ ਅੰਗ ਸੰਗ ਸਹਾਈ ਰੱਖਣ ਦੀ ਕਿਰਪਾ ਬਖਸ਼ਣ। ਤੇ ਜੋ ਵੀ ਉਸ ਟਾਈਮ ਲਾਲ ਕਿਲੇ ਤੇ ਜੋ ਵੀ ਬੀਤਿਆ, ਉਹ ਸੋਸ਼ਲ ਮੀਡੀਆ ਤੇ ਆਇਆ, ਉਹ ਕਹਿੰਦੇ ਰਹੇ ਵੀ ਇਹ ਖਾਲਿਸਤਾਨੀ ਹੈ, ਅੱਤਵਾਦੀ ਹੈ, ਇਹ ਗਦਾਰ ਹੈ, ਐਵੇਂ ਬਹੁਤ ਕੁਝ ਉਹਨਾਂ ਨੇ ਕਿਹਾ। ਤੇ ਚਲੋ ਵੀ ਇੱਕ ਨਿਸ਼ਾਨ ਸਾਹਿਬ ਚੜਾਉਣ ਦੇ ਨਾਲ ਗਦਾਰ ਤਾਂ ਨਹੀਂ ਹੁੰਦੇ, ਸਰਦਾਰ ਹੁੰਦੇ ਨੇ। ਹਾਂਜੀ। ਤਾਂ ਜੁਗਰਾਜ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਦਿੱਲੀ ਕਿੰਨੀ ਤਰੀਕ ਨੂੰ ਗਏ ਸੀ, ਜਿਹੜਾ ਉੱਥੇ ਧਰਨਾ ਕਿਸਾਨਾਂ ਦਾ ਚੱਲ ਰਿਹਾ ਬਾਰਡਰਾਂ ਦੇ ਉੱਤੇ? ਤੁਸੀਂ ਕਿੰਨੀ ਤਰੀਕ ਨੂੰ ਦਿੱਲੀ ਗਏ? ਦਿੱਲੀ ਜੀ ਮੈਂ 23 ਤਰੀਕ ਨੂੰ ਗਿਆ ਸੀ ਇੱਥੋਂ। 23 ਜਨਵਰੀ ਨੂੰ? ਹਾਂਜੀ, 23 ਜਨਵਰੀ ਸਪੈਸ਼ਲ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਵੱਧ ਤੋਂ ਵੱਧ ਗਿਣਤੀ ਚ ਆਓ, ਵੱਧ ਤੋਂ ਤਾਂ ਤੁਸੀਂ ਗਏ ਸੀ ਵੀ ਚਲੋ ਆਪਾਂ ਵੀ ਚੱਲੀਏ। ਹਾਂਜੀ, ਇਹੀ ਵੀ ਪਿੰਡੋਂ ਸੰਗਤ ਗਈ ਤੇ ਮੇਰਾ ਵੀ ਫਿਰ ਬਣ ਗਿਆ, ਮੈਂ ਵੀ ਚੱਲਦਾ ਨਾਲ ਹੀ। ਤੇ 23 ਤਰੀਕ ਨੂੰ ਇੱਥੋਂ ਕਾਫਲਾ ਤੁਰਿਆ, ਫਿਰ ਉਹਨਾਂ ਦੇ ਨਾਲ ਮੈਂ ਵੀ ਤਿਆਰ ਹੋ ਗਿਆ ਜਾਣ ਲਈ। ਤਾਂ ਤੁਹਾਡੇ ਮਨ 'ਚ ਕੀ ਸੀ ਵੀ ਉੱਥੇ ਜਾ ਕੇ ਕੀ ਕਰਨਾ? 26 ਜਨਵਰੀ ਦਾ ਟਰੈਕਟਰ ਮਾਰਚ, ਤੁਹਾਡੇ ਮਨ 'ਚ ਪਲੈਨਿੰਗ ਕੀ ਸੀ? ਜਿੱਦਾਂ ਹੁੰਦਾ ਹੀ ਆ ਵੀ ਉੱਥੇ ਜਾਵਾਂਗੇ, ਉੱਥੇ ਇੰਜ ਕਰਾਂਗੇ, ਤੁਹਾਡੇ ਮਨ 'ਚ ਕੀ ਸੀ? ਮਨ ਦੇ ਵਿੱਚ ਕੁਛ ਨਹੀਂ ਜੀ, ਇਹ ਤਾਂ ਜਦੋਂ ਇੱਥੋਂ ਤੁਰੇ ਇਹੋ ਹੀ ਕੀ ਟਰੈਕਟਰ ਪਰੇਡ ਹੋਣੀ ਆ ਤੇ ਅਸੀਂ ਆ ਵੀ ਇੱਕ ਜਦੋਂ ਉੱਥੇ ਗਏ, ਉੱਥੇ ਜਾ ਕੇ ਵੇਖਿਆ ਮਾਹੌਲ ਚਾਲ, ਬਹੁਤ ਕਾਫਲਾ ਸੀ ਨੌਜਵਾਨਾਂ ਦਾ। ਤੇ ਬਾਅਦ ਵਿੱਚ ਇੱਕ ਨਗਰ ਕੀਰਤਨ ਦੀ ਤਰ੍ਹਾਂ ਜਦੋਂ ਅਸੀਂ ਤੁਰੇ, ਫਿਰ ਸਾਨੂੰ ਇਹ ਤਰ੍ਹਾਂ ਦਾ ਮਹਿਸੂਸ ਹੋਇਆ ਕਿ ਨਗਰ ਕੀਰਤਨ ਹੀ ਜਾ ਰਿਹਾ, ਨਗਰ ਕੀਰਤਨ ਹੀ ਵਾਪਸ ਆ ਜਾਏਗਾ, ਐਵੇਂ ਦਾ ਮਹਿਸੂਸ ਹੋਇਆ। ਤਾਂ ਬਹੁਤ ਵੱਡਾ ਇੱਕ ਕਾਫਲਾ ਸੀ ਸੰਗਤ ਦਾ, ਜਿੱਦਾਂ ਕਹਿ ਦੋ ਵੀ ਟਰੈਕਟਰ ਦੇ ਨਾਲ ਟਰੈਕਟਰ ਖਹਿੰਦਾ ਹੀ ਗਿਆ। ਪੰਜਾਬ ਚੋਂ ਆ ਜਾਂ ਹਰਿਆਣੇ ਚੋਂ ਆ, ਸਾਰੇ ਇਲਾਕਿਆਂ ਦੇ ਵਿੱਚ। ਔਰ ਮਾਝੇ 'ਚ ਅਸੀਂ ਬੈਠੇ ਆ, ਪਾਕਿਸਤਾਨ ਦਾ ਬਾਰਡਰ ਇੱਥੋਂ ਕੁਝ ਕਿਲੋਮੀਟਰ ਇਹਨਾਂ ਦੇ ਪਿੰਡੋਂ। ਤਾਂ ਜੁਗਰਾਜ ਸਿੰਘ ਜੀ, ਤੁਸੀਂ ਇਦਾਂ ਸੋਚ ਕੇ ਗਏ ਸੀ ਵੀ ਚਲੋ ਉੱਥੇ ਟਰੈਕਟਰ ਪਰੇਡ ਹੋਊਗੀ, ਤਾਂ ਫਿਰ ਜਦੋਂ ਲਾਲ ਕਿਲੇ ਤੱਕ ਜਾਣ ਦਾ ਸਬੱਬ ਉਹ ਕਿਵੇਂ ਬਣਿਆ, ਉਹ ਸਾਨੂੰ ਡਿਟੇਲ 'ਚ ਦੱਸੋ। ਸਾਰੇ ਆਪਾਂ 26 ਤਰੀਕ ਨੂੰ ਅੰਮ੍ਰਿਤ ਵੇਲੇ ਤੜਕੇ ਸਾਰੇ ਤਿਆਰ ਹੋ ਗਏ, ਦਸਤਾਰਾਂ ਸਜਾ ਲਈਆਂ, ਜਿਨ੍ਹਾਂ ਨੇ ਨਹੀਂ ਸਜਾਉਣੀਆਂ ਉਹ ਆਪਦਾ ਉਹਦੇ ਆਪਣੇ ਤਰੀਕੇ ਨਾਲ ਤਿਆਰ ਹੋ ਗਏ ਵੀ ਅੱਜ ਟਰੈਕਟਰ ਪਰੇਡ ਨਿਕਲਣੀ ਆ। ਲਾਲ ਕਿਲੇ 'ਚ ਕਿਵੇਂ ਪਹੁੰਚੇ ਤੁਸੀਂ? ਦੇਖੋ ਜੀ, ਪਹਿਲਾਂ 25 ਨੂੰ ਵੀ ਇਹੀ ਲੌਸਮੈਂਟ ਉੱਥੇ ਹੋਈ ਕਿ ਰਿੰਗ ਰੋਡ ਤੇ ਜਾਣਾ ਵਾ। ਲਾਲ ਕਿਲੇ ਦਾ ਤਾਂ ਕੁਝ ਕਿਹਾ ਨਹੀਂ ਸੀ। ਅਸੀਂ ਵੀ ਫਿਰ ਜਦੋਂ 25 ਨੂੰ ਉਹਨਾਂ ਨੇ ਕਿਹਾ ਵੀ ਲਾਲ ਕਿਲੇ ਰਿੰਗ ਰੋਡ ਤੇ ਜਾਣਾ ਵਾ, ਤੇ ਉਹੀ ਅਸੀਂ ਮੰਨ ਕੇ ਚੱਲੇ ਵੀ ਰਿੰਗ ਰੋਡ ਤੇ ਜਾਣਾ ਵਾ। ਦਿੱਲੀ ਦੇ ਵਿੱਚ ਤਾਂ ਕੋਈ ਅਸੀਂ ਇਹ ਜਾਣੂ ਨਹੀਂ ਸੀ ਵੀ ਰਿੰਗ ਰੋਡ ਕਿਹਨੂੰ ਕਹਿੰਦੇ ਆ, ਕੀ ਹੁੰਦਾ, ਰੋਡ ਕਿਵੇਂ ਦਾ ਹੋਊਗਾ। ਅਸੀਂ ਤੇ ਵੀ ਮਨ ਦੇ ਵਿੱਚ ਸੋਚਦੇ ਹਾਂ ਵੀ ਕਿਵੇਂ ਦਾ ਰੋਡ ਹੋਊਗਾ, ਕਿਸ ਤਰ੍ਹਾਂ ਚੱਲਾਂਗੇ। ਤੇ ਬਾਅਦ ਜਦੋਂ ਉੱਥੋਂ ਜਾ ਕੇ ਬੈਰੀਕੇਡ ਸਾਈਡ ਕਰਦੇ ਗਏ, ਉੱਥੋਂ ਬਾਅਦ ਦੇ ਵਿੱਚ ਜਦੋਂ ਇੱਕਦਾ ਨੂੰ ਕਾਫਲਾ ਹੋ ਗਿਆ, ਅਸੀਂ ਵੀ ਉਹਨਾਂ ਦੇ ਮਗਰ ਹੀ ਚੱਲ ਗਏ ਸਿੱਧਾ। ਜਦੋਂ ਉਦੋਂ ਹੀ ਇੱਕ ਦਮ ਪਤਾ ਲੱਗਾ ਕਿ ਲਾਲ ਕਿਲੇ ਜਾ ਕੇ ਪਹੁੰਚ ਗਏ। ਅੱਛਾ, ਮਤਲਬ ਜਦੋਂ ਟੱਕਰਾ ਹੋਇਆ, ਜਿੱਥੇ ਉਹ ਦਿੱਲੀ ਦੀਆਂ ਰੂੜੀਆਂ ਜਿਹਨੂੰ ਗਾਰਬੇਜ ਡੰਪ ਪਾਉਂਦੇ ਆ, ਉੱਥੇ ਜਦੋਂ ਟੱਕਰਾ ਹੋਇਆ, ਤੁਸੀਂ ਉੱਥੇ ਤੁਹਾਡੇ ਜਾਣ ਤੋਂ ਪਹਿਲਾਂ ਬੈਰੀਕੇਡ ਪੱਟੇ ਹੋਏ ਸੀ ਕਿਸਾਨਾਂ ਨੇ? ਹੋਏ ਸੀ, ਹਾਂਜੀ। ਅਸੀਂ ਬਹੁਤ ਪਿੱਛੇ ਸੀ ਜੀ। ਹਾਂਜੀ। ਵਜੇ ਅੰਦਾਜ਼ਾ ਸਮਾਂ ਕਿੰਨਾ ਕੁ ਸੀ ਉਦੋਂ? ਸਮਾਂ ਜਦੋਂ ਬੈਰੀਕੇਡ ਤੋੜਦਾ ਉਹ ਤੁਸੀਂ ਪਹੁੰਚੇ ਉਸ ਜਗ੍ਹਾ ਤੇ, ਉਦੋਂ ਕੋਈ 11-12 ਦਾ ਟਾਈਮ ਹੋਊਗਾ ਜੀ। ਹਾਂਜੀ, 11-12 ਵਜੇ, ਕਿਉਂਕਿ ਕਿਸਾਨਾਂ ਨੇ ਕਿਹਾ ਸੀ 8 ਵਜੇ ਤੁਰਾਂਗੇ, ਫਿਰ ਕਹਿੰਦੇ 10 ਵਜੇ ਤੁਰਾਂਗੇ। ਹਾਲਾਂਕਿ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਇਹ ਸਥਿਤੀ ਗੰਭੀਰ ਰਹੀ। ਅੱਜ ਤੱਕ ਵੀ ਦੁਬਿਧਾ ਹੈਗੀ ਆ ਵੀ ਪਹਿਲਾਂ ਜਿਹੜਾ ਕਈ ਮਹੀਨੇ ਅਸੀਂ ਉਧਰ ਗੱਲਬਾਤ ਅਸੀਂ ਚਲਦੀ 'ਚ ਕਰਾਂਗੇ, ਕਈ ਮਹੀਨੇ ਹੀ ਕਿਹਾ ਜਾਂਦਾ ਰਿਹਾ ਵੀ ਲਾਲ ਕਿਲੇ 'ਤੇ ਕਿਸਾਨ ਝੰਡਾ ਜੁਲਾਏਗਾ। ਗੀਤ ਵੀ ਬੜੇ ਆਏ ਨਾ, ਹਰਿਆਣੇ 'ਚੋਂ ਵੀ ਇੱਕ ਗੀਤ ਆਇਆ ਸੀਗਾ, ਪੰਜਾਬ ਵਾਲਿਆਂ ਨੇ ਵੀ ਬੜੇ ਗਵਈਆਂ ਨੇ ਗੀਤ ਗਾਏ ਵੀ ਲਾਲ ਕਿਲੇ 'ਤੇ ਐਤਕੀ ਕਿਸਾਨ ਝੰਡਾ ਚਲਾਉਣਗੇ। ਔਰ ਇਸ ਤਰ੍ਹਾਂ ਤਾਂ ਫਿਰ 25 ਤਰੀਕ ਰਾਤ ਤੱਕ ਪੂਰੀ ਤਰ੍ਹਾਂ ਕਨਫਰਮ ਨਹੀਂ ਸੀ ਵੀ ਰਿੰਗ ਰੋਡ ਕਿਹੜਾ ਔਰ ਲਾਲ ਕਿਲੇ ਨੂੰ ਰਾਹ ਜਾਂਦਾ ਕਿਹੜਾ, ਔਰ ਜਿਹੜਾ ਪੁਲਿਸ ਨੇ ਕਿਸਾਨਾਂ ਨੂੰ ਰਾਹ ਦਿੱਤਾ ਉਹ ਕਿਹੜਾ, ਉਹ ਕਨਫਰਮ ਨਹੀਂ ਸੀ। ਤੁਸੀਂ ਉੱਥੇ ਪਹੁੰਚ ਕੇ ਜਦੋਂ ਬੈਰੀਕੇਡ ਟੁੱਟੇ ਹੋਏ ਸੀ, ਸਿੱਧਾ ਲਾਲ ਕਿਲੇ ਕੋਲ ਚਲੇ ਗਏ, ਉਦੋਂ ਤੁਹਾਡੇ ਮਨ 'ਚ ਕੀ ਆਇਆ ਵੀ ਇਹ ਤਾਂ ਲਾਲ ਕਿਲੇ ਕੋਲ ਆ ਗਏ? ਕਿੱਡਾ ਕਾਫਲਾ ਸੀ ਤੁਹਾਡੇ ਆਸੇ-ਪਾਸੇ? ਕੌਣ ਲੋਕ ਸੀ ਉਹ? ਕੁਝ ਵੱਖਰੀ ਕਿਸਮ ਦੇ, ਭਾਵ ਕਿਸੇ ਸਿਆਸੀ ਜਾਂ ਕਿਸੇ ਧਾਰਮਿਕ ਜਥੇਬੰਦੀ ਦੇ ਲੋਕ ਸੀ ਜਾਂ ਰਲਵੇਂ ਮਿਲਵੇਂ ਕਿਸਾਨ ਸੀ? ਸਾਰੇ ਕੌਣ ਸੀ? ਉਹ ਜੀ ਵੇਖੋ, ਜਦੋਂ ਇੱਥੋਂ ਕਾਫਲਾ ਸਾਰਾ ਗਿਆ, ਕਾਫਲਾ ਹੀ ਆਪਣਾ ਗਿਆ, ਰਲਵੇਂ ਮਿਲਵੇਂ ਕਿਸਾਨ ਗਏ ਸੀ। ਜਦੋਂ ਅਸੀਂ ਅੰਦਰ ਪਹੁੰਚੇ ਹਾਂ, ਅਸੀਂ ਆਪਣਾ ਐਵੇਂ ਟਰੈਕਟਰਾਂ ਦੇ ਨਾਲ ਫੋਟੋ ਸੈਲਫੀ ਲੈਣ ਡੈ ਪਏ। ਜਦੋਂ ਮੈਂ ਉਹਨਾਂ ਨੂੰ ਦੋਵਾਂ ਜਾਣਿਆਂ ਨੂੰ ਵੇਖਿਆ, ਸਿੰਘਾਂ ਨੂੰ, ਉਹ ਟਰਾਈ ਕਰਨ ਦੇ ਸੀ ਪੋਲ ਦੇ ਉੱਪਰ ਚੜ੍ਹਨ ਦੀ। ਅੱਛਾ, ਜਦੋਂ ਤੁਸੀਂ ਸੈਲਫੀਆਂ ਵਗੈਰਾ ਲੈ ਲਏ ਸੀ, ਉਹ ਕਿੰਨਾ ਕੁ ਉੱਥੇ ਕਾਫੀ ਰਸ਼ ਸੀ? ਕਿਉਂਕਿ ਫੋਟੋਆਂ 'ਚ ਲੱਗਦਾ ਵੀ ਕੀੜੀਆਂ ਕੋ ਲੋਕ ਆ, 40-50 ਹਜ਼ਾਰ ਬੰਦਾ ਹੋਣਾ। ਹਾਂਜੀ, ਇਹਨਾਂ ਬਹੁਤ ਜ਼ਿਆਦਾ ਨਹੀਂ, 40-50 ਹਜ਼ਾਰ ਤੋਂ ਵੀ ਜ਼ਿਆਦਾ ਸੀ, ਇਹ ਤੋਂ ਵੀ ਲਾਲ ਕਿਲੇ 'ਚ ਪਹੁੰਚ ਗਏ ਸੀਗੇ। ਹਾਂਜੀ। ਅੱਛਾ, ਤਾਂ
ਤੁਹਾਡੇ ਇੱਕ ਮੈਂ ਗੱਲ ਇੱਥੋਂ ਸਕਿਪ ਕਰ ਗਿਆ, ਤੁਹਾਨੂੰ ਜਦੋਂ ਤੁਸੀਂ ਲਾਲ ਕਿਲੇ 'ਚ ਆਪ ਮੁਹਾਰੇ ਤੁਸੀਂ ਕਹਿੰਦੇ ਵੀ ਕਾਫਲਾ ਚਲਾ ਗਿਆ, ਕੋਈ ਸਪੈਸ਼ਲ ਬੰਦਾ ਤੁਹਾਡੇ ਅੱਗੇ ਲੱਗਾ ਜਿਹੜਾ ਕਹਿੰਦਾ ਸੀ ਵੀ ਇੱਧਰ ਲਾਲ ਕਿਲਾ ਹੈ, ਜਾਂ ਕੋਈ ਅਨਾਉਂਸਮੈਂਟ ਹੋ ਰਹੀ ਸੀ ਵੀ ਇੱਧਰ ਚੱਲੋ ਕੁਝ ਹੋ ਰਿਹਾ ਸੀ? ਨਹੀਂ ਜੀ ਬਿਲਕੁਲ ਜੀ, ਜਿਵੇਂ ਕੋਈ ਨੌਜਵਾਨ ਤੁਰ ਕੇ ਜਾਂ ਟਰੈਕਟਰ ਤੇ ਕੋਈ ਨਹੀਂ ਐਵੇਂ ਜਾ ਰਹੇ, ਕੋਈ ਲੀਡਰ ਨਹੀਂ ਉਹਨੂੰ ਕਰ ਰਿਹਾ ਲੀਡ, ਮੁਹਾਰੇ ਉਧਰ ਨੂੰ ਹੋ ਗਿਆ ਸਾਰਾ ਗਰੁੱਪ। ਸਾਰਾ ਕੁਝ ਹੋ ਗਿਆ। ਤੇ ਜਦੋਂ ਤੁਸੀਂ ਸੈਲਫੀਆਂ ਵਗੈਰਾ ਲੈ ਰਹੇ ਸੀ ਤਾਂ ਨੌਜਵਾਨ ਉੱਥੇ ਕਿਹੜਾ ਝੰਡਾ ਔਰ ਕਿੱਥੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ? ਉਹ ਜਿਹੜਾ ਖਾਲੀ ਪੋਲ ਸੀ ਉਹ ਤੇ ਚਲਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਅੱਛਾ ਅੱਛਾ। ਹਾਂਜੀ। ਤਾਂ ਫਿਰ ਤੁਸੀਂ ਕਿਵੇਂ ਉੱਥੇ ਪਹੁੰਚੇ? ਤੁਹਾਡੇ ਮਨ 'ਚ ਕੀ ਆਇਆ ਜਦੋਂ ਉਹਨਾਂ ਨੇ ਦੋਵਾਂ ਜਣਿਆਂ ਨੇ ਟਰਾਈ ਕੀਤੀ ਚੜ੍ਹਨ ਦੀ, ਤੇ ਮੈਂ ਕਿਹਾ ਉੱਪਰ ਜਾਣਾ, ਤੇ ਜਦੋਂ ਅਸੀਂ ਦੋ ਵਾਰਾਂ ਟਰਾਈ ਕੀਤੀ ਗੇਟ ਤੋਂ ਲੰਘਣ ਦੀ ਤੇ ਨਹੀਂ ਜਾਇਆ ਗਿਆ, ਫਿਰ ਸਾਡੇ ਨਾਲ ਕੋਈ 4-5 ਸਿੰਘ ਨਿਹੰਗ ਸਿੰਘ ਬਾਣੇ ਦੇ ਵਿੱਚ ਆਏ, ਫਿਰ ਅਸੀਂ ਉਹਨਾਂ ਦੇ ਨਾਲ ਹੀ ਚੱਲ ਗਏ। ਇੱਕਦਮ ਹੀ ਪਤਾ ਨਹੀਂ ਮਾਲਕ ਨੇ ਜਿਵੇਂ ਰਾਹ ਦੇਤਾ, ਪਹਿਲਾਂ ਤਾਂ ਰਾਹ ਨਾ ਮਿਲਿਆ ਜਾਣ ਲਈ, ਤੇ ਫਿਰ ਉਹਨਾਂ ਨੂੰ ਰਾਹ ਮਿਲ ਗਿਆ, ਚੱਲ ਗਏ ਅੰਦਰ। ਤੇ ਬਾਅਦ ਦੇ ਵਿੱਚ ਜਾਂਦੇ ਸਾਰੀ ਮੈਂ ਆਪਣੇ ਸ਼ੂਜ਼ ਉਤਾਰਤੇ, ਜਰਾਬਾਂ ਉਤਾਰਤੀਆਂ, ਤੇ ਜਾ ਕੇ ਫਿਰ ਉੱਥੇ ਚੜਿਆ, ਤੇ ਨਾਲ ਹੀ ਉੱਥੇ ਨਿਸ਼ਾਨ ਸਾਹਿਬ ਫੜ ਲਿਆ, ਉੱਥੇ ਨਾਲ ਹੀ ਇੱਕ ਲੈ ਕੇ ਖਲੋਤੇ ਸੀ ਕੋਈ ਜਿਹੜਾ ਪੂਰਾ ਕਾਫਲਾ, ਤੋਂ ਫਿਰ ਉੱਪਰ ਲਾਤਾ ਮੈਂ ਜੀ, ਨਿਸ਼ਾਨ ਸਾਹਿਬ ਲਾਤਾ। ਤਾਂ ਜਦੋਂ ਤੁਸੀਂ ਨਿਸ਼ਾਨ ਸਾਹਿਬ ਲਾ ਰਹੇ ਸੀ ਜਗਰਾਜ ਸਿੰਘ ਜੀ, ਇੱਕ ਜਗਰਾਜ ਸਿੰਘ ਮਾਝੇ ਦੇ ਇੱਕ ਛੋਟੇ ਜਿਹੇ ਪਿੰਡ ਦਾ, ਹਾਲਾਂਕਿ ਇਤਿਹਾਸਕ ਪਿੰਡ ਆ ਪਰ ਫਿਰ ਵੀ ਤਰੱਕੀ ਵਾਲੇ ਪਾਸਿਓਂ ਗਲੀਆਂ ਗੁਲੀਆਂ ਠੀਕ ਠਾਕ ਹੀ ਕੰਮ, ਤੇ ਇੱਕ ਛੋਟੇ ਜਿਹੇ ਪਿੰਡ ਦਾ ਇੱਕ ਕਿਸਾਨਾਂ ਦਾ ਬੱਚਾ ਜਗਰਾਜ ਸਿੰਘ ਗਿਆ ਕਿਸਾਨ ਧਰਨੇ 'ਚ, ਪਹੁੰਚ ਗਿਆ ਲਾਲ ਕਿਲੇ 'ਚ ਕਾਫਲੇ ਦੇ ਨਾਲ, ਔਰ ਉੱਥੇ ਜਾ ਕੇ ਉਹਨੇ ਉਹ ਕੰਮ ਕੀਤਾ ਜਿਹੜਾ ਸਾਡੇ ਵਾਰਸਾਂ ਨੇ ਕੀਤਾ ਸੀ, ਔਰ ਜਿਹਦਾ ਜੋ ਤੁਸੀਂ ਨਾਮ ਲੈਣੇ ਲੂੰ ਕੰਡੇ ਖੜੇ ਹੋ ਜਾਂਦੇ ਆ ਵੀ ਇਹ ਲਾਲ ਕਿਲੇ ਤੇ ਇੰਨੀ ਵਾਰੀ ਸੀ ਜਿੱਤਿਆ, ਔਰ ਇਹ ਛੱਡਤਾ ਕਿਉਂਕਿ ਸਿੱਖ ਰਾਜ ਦੇ ਭੁੱਖੇ ਨਹੀਂਗੇ, ਸਿੱਖ ਤਾਂ ਜਿਹੜਾ ਸਦਾ ਹੀ ਦਾਤਾਂ ਦਿੰਦੇ ਆਏ ਆ। ਤੁਸੀਂ ਨਿਸ਼ਾਨ ਸਾਹਿਬ ਲਾਤਾ, ਤੁਹਾਡੇ ਮਨ 'ਚ ਉਦੋਂ ਕੁਝ ਵੱਖਰਾ ਮਹਿਸੂਸ ਹੋ ਰਿਹਾ ਸੀ, ਔਰ ਕਿਹੜੀ ਤੁਹਾਡੇ ਪਿੱਛੇ ਕੋਈ ਤਾਕਤ ਸੀ, ਕੀ ਸੀ ਜਿਹਦੇ ਨਾਲ ਤੁਹਾਨੂੰ ਲੱਗਿਆ ਵੀ ਜੋੜੇ ਲਾ ਕੇ ਫਿਰ ਮੈਂ ਝੰਡਾ ਉੱਤੇ ਲਾਉਣਾ ਹੀ ਲਾਉਣਾ, ਇਹਨਾਂ ਤੋਂ ਲੱਗਿਆ ਨਹੀਂਗਾ? ਵੇਖੋ ਜੀ, ਜੇ ਤੇ ਗਿਣੀ ਜਾਵੇ ਤਾਕਤ ਤੇ ਗੁਰੂ ਮਹਾਰਾਜ ਦੀ ਤਾਕਤ ਹੈ, ਪਹਿਲਾਂ ਤਾਂ ਉਹਨਾਂ ਨੇ ਬਲ ਬਖਸ਼ਿਆ ਤੇ ਉਹਨਾਂ ਨੇ ਉਤਸ਼ਾਹ ਦਿੱਤਾ ਵੀ ਚੜ੍ਹਨ ਦਾ। ਮੈਨੂੰ ਜਦੋਂ ਨਿਸ਼ਾਨ ਸਾਹਿਬ ਲੱਗ ਗਿਆ, ਮੈਂ ਲਾਉਂਦਾ ਵੀ ਰਿਹਾ, ਮੈਨੂੰ ਕੋਈ ਪਤਾ ਨਹੀਂ ਲੱਗਦਾ ਰਿਹਾ ਵੀ ਕਿਵੇਂ ਚੜ੍ਹ ਗਿਆ, ਕਿਵੇਂ ਉਤਰ ਗਿਆ। ਜਦੋਂ ਬਾਅਦ ਵਿੱਚ ਥੱਲੇ ਆਏ ਤੇ ਬਾਅਦ ਵਿੱਚ ਪਤਾ ਲੱਗਾ ਵੀ ਹੁਣ ਕਹਿਣ ਲੱਗੇ ਵੀ ਨਿਸ਼ਾਨ ਸਾਹਿਬ ਚੜ੍ਹ ਗਿਆ, ਐਵੇਂ ਫਤਿਹ ਜਗਾਰੇ ਲੱਗਣ ਡੈ ਪਏ, ਤੇ ਅਸੀਂ ਫਿਰ ਵੀ ਆਪਣੀ ਰਜਾ ਦੇ ਵਿੱਚ ਮਸਤ ਹਾਂ ਉੱਥੇ 2-4 ਮਿੰਟ ਵਾਸਤੇ। ਫਿਰ ਅਸੀਂ ਆਪਣਾ ਉੱਥੋਂ ਸਿੰਘੂ ਬਾਰਡਰ ਨੂੰ, ਤੁਸੀਂ ਉਸ ਟਾਈਮ ਉੱਥੇ ਸੀ ਜਿਹੜਾ ਇੱਕ ਜੰਗ ਦਾ ਮਾਹੌਲ ਬਣ ਚੁੱਕਿਆ ਸੀ ਉੱਥੇ, ਉਦੋਂ ਬਾਅਦ ਉੱਥੇ ਲਾਠੀਚਾਰਜ ਹੋਇਆ, ਗੋਲੀਆਂ ਚੱਲੀਆਂ, ਨੌਜਵਾਨ ਫੱਟੜ ਹੋਏ ਆ, ਤਾਂ ਤੁਹਾਡੇ ਮਨ 'ਚ ਨਹੀਂ ਸੀ ਕੁਝ ਅਜਿਹਾ ਵੀ ਇੱਥੇ ਕੋਈ ਮੈਨੂੰ ਮਾਰ ਨਾ ਦੇਵੇ, ਕੋਈ ਹਮਲਾ ਨਾ ਹੋ ਜੇ, ਜਾਂ ਉੱਥੇ ਇਸ ਤਰ੍ਹਾਂ ਸੀ ਵੀ ਹੁਣ ਫਤਿਹ ਹੋ ਗਿਆ ਮੋਰਚਾ? ਇਹੋ ਜਿਹਾ ਸੋਚਿਆ ਨਹੀਂ ਮਾਰਨ ਵਾਲਾ ਕਿ ਕੋਈ ਸਾਨੂੰ ਮਾਰ ਦੂਗਾ, ਚਾਹੇ ਅਸੀਂ ਕਿਸੇ ਨੂੰ ਮਾਰ ਦਾਂਗੇ, ਇਹੋ ਜਿਹਾ ਕੋਈ ਨਹੀਂ ਸਾਡੇ ਮਨ ਦੇ ਵਿੱਚ ਹੈਗਾ। ਇੱਕ ਕਿਸਾਨ ਦੇ ਜਿਵੇਂ ਕਹਿੰਦੇ ਟਰੈਕਟਰ ਪਰੇਡ ਦੇ ਵਿੱਚ ਕਿ ਪਹਿਲਾਂ ਮੈਂ ਕਹਿ ਚੁੱਕਾ ਵੀ ਨਗਰ ਕੀਰਤਨ ਦੀ ਤਰ੍ਹਾਂ ਹੀ ਨਾ, ਜਿਵੇਂ ਨਗਰ ਕੀਰਤਨ ਦੀ ਫੋਲੋ ਕਰ ਰਹੇ, ਨਗਰ ਕੀਰਤਨ ਦੀ ਤਰ੍ਹਾਂ ਹੀ ਜਾ ਰਹੇ ਸੀ। ਹਾਂਜੀ, ਇਹੋ ਜਿਹਾ ਕੋਈ ਨਹੀਂ ਵੀ ਇੱਥੇ ਗੋਲੀ ਚੱਲ ਜੂਗੀ, ਚਾਹੇ ਸਾਨੂੰ ਉਹ ਮਾਰ ਦੇਣਗੇ, ਚਾਹੇ ਅਸੀਂ ਉਹਨਾਂ ਨੂੰ ਕੁਝ ਕਰ ਦਾਂਗੇ, ਇਹੋ ਜਿਹੀ ਕੋਈ ਨਹੀਂ ਲੈ ਕੇ ਗਏ। ਤੁਸੀਂ ਤਾਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਸੀ, ਖਾਲੀ ਕੋਈ ਹਥਿਆਰ ਤਾਂ ਨਹੀਂ ਤੁਹਾਡੇ ਕੋਲ? ਨਹੀਂ ਜੀ, ਕੋਈ ਨਹੀਂ ਜੀ। ਝੰਡਾ ਵੀ ਉੱਥੋਂ ਕਿਸੇ ਕੋਲੋਂ ਨਿਸ਼ਾਨ ਸਾਹਿਬ ਵੀ ਉਹ ਲਿਆ ਜਿਹੜਾ ਕਿ? ਹਾਂਜੀ। ਤਾਂ ਇੱਕ ਤੁਸੀਂ ਉਹ ਖਾਲੀ ਪੋਲ ਦੇ ਉੱਤੇ ਨਿਸ਼ਾਨ ਸਾਹਿਬ ਲਾਇਆ ਜਿਹੜਾ ਤਾਂ ਲੱਗਿਆ ਹੋਇਆ ਗੁੰਬਦ ਹੈ ਜਿਹੜੇ ਲਾਲ ਕਿਲੇ ਦੇ, ਉੱਥੇ ਕੁਝ ਲਾਲ ਝੰਡੀਆਂ ਜਿਹੜਾ ਕੋਈ ਕਾਮਰੇਡੀ ਜਥੇਬੰਦੀਆਂ ਦੀਆਂ, ਉਹ ਕੋਈ ਕਿਸਾਨੀ ਦੀਆਂ ਝੰਡੀਆਂ, ਕੁਝ ਤਿਰੰਗੇ ਵੀ ਲੋਕਾਂ ਨੇ ਆਪਣੇ ਕੋਲ ਜਿਹੜੇ ਲਗਾਏ ਸੀ ਉਹ ਵੀ ਉੱਥੇ ਲਾਏ। ਫਿਰ ਉਹ ਜਦੋਂ ਤੁਸੀਂ ਲਾਤਾ ਫਿਰ ਸਾਰੇ ਹੀ ਲੋਕ ਲਾਉਣ ਲੱਗ ਪਏ ਜਿਹੜੇ ਉਹਨਾਂ ਕੋਲ ਸੀਗੇ ਉੱਥੇ ਜਾ ਕੇ? ਹਾਂਜੀ, ਫਿਰ ਜਿਹਦੇ ਕੋਲ ਕੋਈ ਇਸ ਤਰ੍ਹਾਂ ਦਾ ਉਹ ਇਹਨਾਂ ਲਾਈ ਹੈ, ਕਿਸੇ ਨੇ ਗੁੰਮਟ ਲਾਤਾ, ਕਿਸੇ ਦੇ ਬੰਨਤਾ, ਫਿਰ ਜਿਹਦੇ ਕੋਲ ਕੁਛ ਹੈਗਾ ਉਹ ਆਪਣਾ ਲਾਈ ਗਏ। ਹਾਂਜੀ। ਤਾਂ ਤੁਸੀਂ ਇਸ ਤਰ੍ਹਾਂ ਨਿਸ਼ਾਨ ਸਾਹਿਬ ਜਿਹੜਾ ਕੇਸਰੀ ਨਿਸ਼ਾਨ ਸਾਹਿਬ ਚਲਾਇਆ, ਤਾਂ ਤੁਹਾਡੇ ਮਨ 'ਚ ਸੀ ਵੀ ਇਹ ਜਿਹੜਾ ਕੰਮ ਹੋ ਗਿਆ ਇਹ ਕਿੱਡਾ ਕੁ ਵੱਡਾ ਕੰਮ ਆ, ਜਾਂ ਤੁਹਾਨੂੰ ਐ ਸੀ ਵੀ ਠੀਕ ਹੈ ਨਿਸ਼ਾਨ ਸਾਹਿਬ ਉਹਨਾਂ ਤੋਂ ਲੱਗਦਾ ਨਹੀਂ ਚਲੋ ਮੈਂ ਲਾਤਾ, ਇਹ ਸੀ ਤੁਹਾਡੇ 'ਚ? ਹਾਂਜੀ, ਇਹੀ ਹੀ ਵੱਡਾ ਕੰਮ ਤਾਂ ਸੋਚਿਆ ਨਹੀਂ ਸੀ ਵੀ ਇਹ ਕਿੱਡਾ ਵੱਡਾ ਕੰਮ ਹੋ ਗਿਆ, ਵੀ ਕਿਵੇਂ ਸਰਕਾਰ ਸਾਡੇ ਤੇ ਕੀ ਕਰੂਗੀ, ਕੀ ਕਾਰਵਾਈ ਹੋਊਗੀ, ਪਰਿਵਾਰ ਤੇ ਕੀ। ਤੁਸੀਂ ਲਾ ਰਹੇ ਸੀ ਉਦੋਂ, ਮਗਰ ਮੀਡੀਆ ਦੇ ਵਿੱਚ ਉਹ ਇਸ ਤਰ੍ਹਾਂ ਹੋ ਰਿਹਾ ਸੀ, ਪਤਾ ਨਹੀਂ ਕਿੱਡਾ ਕੁ ਵੱਡਾ ਕੋਈ ਵੱਡਾ ਚੱਕਰ ਪੈ ਗਿਆ, ਕੋਈ ਵੱਡਾ ਹਾਦਸਾ, ਕੋਈ ਵੱਡਾ ਗੁਨਾਹ ਕਰਤਾ, ਬਲਕਿ ਤੁਸੀਂ ਹੁਣ ਅਦਾਲਤ ਦੇ ਵਿੱਚੋਂ ਬਾਹਰੋਂ ਬਾਹਰ ਤੁਹਾਡੀ ਜ਼ਮਾਨਤ ਹੋਈ ਆ, ਪੱਕੀ ਜ਼ਮਾਨਤ ਹੋਈ ਆ, ਕਾਨੂੰਨੀ ਤੌਰ ਤੇ ਤੁਸੀਂ ਜਿਹੜਾ ਹੈਗਾ ਉਹ ਸਾਈਡ ਤੇ ਹੋ ਗਏ ਹੋ। ਤਾਂ ਜਦੋਂ ਤੁਹਾਨੂੰ ਇਹ ਕਦੋਂ ਪਤਾ ਲੱਗਾ ਵੀ ਜਿਹੜਾ ਇਹ ਕੰਮ ਹੋ ਗਿਆ ਇਹਨੂੰ ਭਾਰਤੀ ਢਾਂਚੇ ਨੇ ਐਡਾ ਵੱਡਾ, ਇਹ ਤਾਂ ਡਰਾਉਣਾ ਕਹਿ ਕੇ ਦਿਖਾਇਆ ਵੀ ਇਹ ਤਾਂ ਬੜਾ ਗੁਨਾਹ ਹੋ ਗਿਆ, ਜਦੋਂ ਤੁਸੀਂ ਬਾਰਡਰ ਤੇ ਆਏ ਉਦੋਂ ਪਤਾ ਲੱਗਿਆ, ਜਾਂ ਕਦੋਂ ਪਤਾ ਲੱਗਿਆ ਤੁਹਾਨੂੰ ਵੀ ਇਹ ਜਿਹੜਾ ਕੰਮ ਹੋਇਆ ਐਡਾ ਵੱਡਾ ਸਰਕਾਰ ਕਹਿ ਰਹੀ ਹੈ ਇਹਨੂੰ ਗਲਤ ਕਹਿ ਰਹੀ ਹੈ? ਵੇਖੋ ਜੀ, ਜਦੋਂ ਅਸੀਂ ਮਾਲ ਦੇ ਵਿੱਚ ਉੱਥੋਂ ਤੁਰ ਪਏ ਨਾ, ਕੁਝ ਟਾਈਮ ਬਾਅਦ ਸਿੰਘੂ ਬਾਰਡਰ ਆ ਗਏ, ਤੇ ਸਵੇਰ ਦਾ ਰੋਟੀ ਪਾਣੀ ਕੁਝ ਨਹੀਂ ਖਾਦਾ, ਤੇ ਮੈਂ ਕਿਹਾ ਆਪਣੇ ਸਿੰਘਾਂ ਨੂੰ ਆਖਿਆ ਮੈਂ ਵੀ ਰੋਟੀ ਖਾਈਏ ਤੇ ਗੱਫਾ ਪਾਣੀ ਲਾਈਏ। ਤੇ ਬਾਅਦ ਵਿੱਚ ਨਾ ਪਿੰਡੋਂ ਫੋਨ ਗਿਆ ਤੇ ਭਈ ਤੇਰਾ ਨੰਬਰ ਮੰਗਦੇ ਵਾ SI ਸਾਹਿਬ, ਤੇ ਮੈਂ ਕੋਈ ਗੱਲ ਨਹੀਂ, ਮੰਗਦੇ ਬਾਅਦ 'ਚ ਦੇ ਦਿੰਦੇ ਆ, ਪਹਿਲਾਂ ਗੱਫਾ ਪਾਣੀ ਲਾ ਲਈਏ। ਮੈਨੂੰ ਇਹ ਗੱਲ ਦਾ ਪਤਾ ਨਹੀਂ ਵੀ ਜਿਹੜਾ ਉੱਥੇ ਦਿੱਲੀ ਕਾਰਵਾਈ ਕਰਦੇ ਉਹਦੇ ਕਰਕੇ ਮੰਗਣ ਡਏ ਆ। ਤੇ ਬਾਅਦ ਦੇ ਵਿੱਚ ਜਦੋਂ ਗੱਫਾ ਪਾਣੀ ਲਾਇਆ ਤੇ ਬਾਅਦ ਵਿੱਚ ਜਦੋਂ ਉਹਨਾਂ ਨਾਲ ਗੱਲ ਕੀਤੀ ਵੀ
ਤੇਰੇ ਪਿੱਛੇ ਉਸ ਝੰਡੇ ਦੀ ਕਾਰਨ ਤੇਰੇ ਪਿੱਛੇ 1 ਲੱਖ ਰੁਪਏ ਦਾ ਨਾਮ ਕਰਤਾ ਵਾ, ਤੇਰੇ ਪਿੱਛੇ ਤੈਨੂੰ ਲੱਭ ਰਹੀ ਹੈ, ਤੂੰ ਆਪਣਾ ਬਚਾਅ ਕਰ। ਫਿਰ ਉਸ ਟਾਈਮ ਤੇ ਬਚਾਅ ਕੀਤਾ। ਅੱਛਾ, ਤਾਂ ਜਦੋਂ ਇਹ ਗੱਲ ਤੁਹਾਨੂੰ ਪਤਾ ਲੱਗੀ ਵੀ ਮੈਂ ਤੇ ਜਿਹੜਾ ਆਮ ਜਾਂ ਜੁਗਰਾਜ ਸਿੰਘ ਕਿ ਕਿਸਾਨਾਂ ਦਾ ਮੁੰਡਾ ਬਣ ਕੇ ਆਇਆ ਸੀ, ਮੈਂ ਤੇ ਹੁਣ ਇਹਨਾਂ ਵਾਸਤੇ ਮੋਸਟ ਵਾਂਟਡ ਅੱਤਵਾਦੀ ਬਣ ਗਿਆ, ਉਦੋਂ ਤੁਹਾਨੂੰ ਕੀ ਫੀਲ ਹੋਇਆ? ਦੇਖੋ ਜੀ, ਅੱਤਵਾਦੀ ਤਾਂ ਉਹ ਸ਼ੁਰੂ ਤੋਂ ਹਰ ਇੱਕ ਨੂੰ, ਕਿਸਾਨ ਦਾ ਮੈਂ ਚਲੋ ਝੰਡਾ ਵੀ ਕਿਸਾਨੀ ਝੰਡਾ ਲਾਇਆ ਵਾ, ਕੇਸਰੀ ਨਿਸ਼ਾਨ ਸਾਹਿਬ ਚਲਾਇਆ ਵਾ। ਅੱਤਵਾਦੀ ਤਾਂ ਸ਼ੁਰੂ ਤੋਂ ਆਪਾਂ ਨੂੰ ਕਹਿ ਰਿਹਾ ਰਹੀ ਹੈ, ਜੇ ਕੋਈ ਮੰਨ ਲਓ ਆਪਾਂ ਆਪਣੇ ਹੱਕ ਮੰਗਦੇ ਆ ਤਾਂ ਆਪਾਂ ਅੱਤਵਾਦੀ ਹੁੰਨੇ ਆ, ਤੇ ਜੇ ਆਪਾਂ ਬਾਰਡਰਾਂ ਤੇ ਜਾ ਕੇ ਲੜਦੇ ਆ ਤਾਂ ਆਪਾਂ ਸਿੱਖ ਹੋ ਜੰਨੇ ਆ। ਲਾਲ ਕਿਲੇ 'ਚ ਜਾਣ ਤੋਂ ਪਹਿਲਾਂ ਵੀ ਤਾਂ ਸਰਕਾਰ ਕਿਸਾਨ ਨੂੰ ਅੱਤਵਾਦੀ ਕਹਿੰਦੀ ਸੀ। ਕਹਿੰਦੀ ਆ ਰਹੀ ਹੈ ਜੀ। ਹਾਂਜੀ, ਤਾਂ ਇੱਕ ਹੈਗਾ, ਤੁਸੀਂ ਲਾਲ ਕਿਲੇ 'ਚ ਨਿਸ਼ਾਨ ਸਾਹਿਬ ਲਾ ਦਿੱਤਾ, ਸਾਰਾ ਕੁਝ ਹੋਇਆ, ਤਾਂ ਉੱਥੇ ਲਾਠੀਚਾਰਜ ਹੋਇਆ, ਗੋਲੀ ਵਗੈਰਾ ਚੱਲੀ, ਤੁਸੀਂ ਉਸ ਤੋਂ ਪਹਿਲਾਂ ਹੀ ਮੋੜ ਆਏ ਸੀ? ਹਾਂਜੀ, ਉਸ ਤੋਂ ਪਹਿਲਾਂ ਹੀ ਆ ਗਏ ਸੀ ਜੀ। ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਵੀ ਮੈਂ ਪਹਿਲਾਂ ਹੀ ਉਸ ਤੋਂ ਆ ਗਿਆ ਸੀ। ਹਾਂਜੀ, ਜੋ ਕੁਝ ਵੀ ਉੱਥੇ ਲਾਠੀ ਚਾਰਜ ਹੋਇਆ, ਚਾਹੇ ਗੋਲੀ ਚੱਲੀ, ਜੋ ਹੋਰ ਵੀ ਕੁਝ ਹੋਇਆ ਹੋਗਾ, ਉਹ ਹੜ ਤੋਂ ਬਾਅਦ ਹੀ ਹੋਇਆ ਵਾ। ਹਾਂਜੀ, ਜਨਵਰੀ 26 ਅੱਜ ਜਿਹੜੀ ਹੈ ਅਗਸਤ 26 ਹੋਣ ਵਾਲੀ ਹੈ, ਔਰ ਹੋ ਗਈ, ਮਾਫ ਕਰਨਾ, ਉਦੋਂ ਹੀ ਅੱਗੇ ਟੱਪ ਗਏ। ਤਾਂ ਇੰਨਾ ਸਮਾਂ ਲੰਘਿਆ, ਕੁਝ ਦਿਨ ਹੋਏ ਆ ਤੁਹਾਨੂੰ ਜਿਹੜਾ ਕਿ ਪੁਲਿਸ ਦੇ ਸਾਹਮਣੇ, ਔਰ ਤੁਹਾਡੇ ਲੋਕਾਂ ਨੇ ਦੇਖਿਆ ਵੀ ਅੱਛਾ ਇਹ ਹੈ ਜੁਗਰਾਜ ਸਿੰਘ। ਪਹਿਲਾਂ ਇੱਕ ਹੋਰ ਨੌਜਵਾਨ ਦੀ ਤਸਵੀਰ ਹੀ ਸਾਡਾ ਮੀਡੀਆ ਵੀ, ਸਾਡੇ ਲੋਕ ਵੀ ਵਾਇਰਲ ਕਰਦੇ ਵੀ ਇਹ ਜਗਰਾਜ ਆ ਜੀ, ਇਹਨੇ ਝੰਡਾ ਚਲਾਤਾ ਜੀ, ਇਹ ਤੇ ਲੱਖ ਰੁਪਇਆ ਰੱਖਤਾ ਜੀ, ਉਹ ਕਿਸੇ ਹੋਰ ਦੀ ਕਰਦੇ ਰਹੇ। ਤਾਂ ਇੰਨਾ ਸਮਾਂ ਤੁਸੀਂ ਲੁਕ ਛਿਪ ਕੇ ਰਹੇ ਹੋ, ਔਰ ਉਸ ਸਰਕਾਰ ਤੋਂ ਪੂਰੇ ਦੇਸ਼ ਦੀ ਪੁਲਿਸ, ਪੂਰੇ ਦੇਸ਼ ਦੀਆਂ ਫੋਰਸਾਂ, ਏਜੰਸੀਆਂ ਜੁਗਰਾਜ ਕਰਦੀਆਂ ਫਿਰਦੀਆਂ ਸੀਗੀਆਂ। ਕਿੱਦਾਂ ਦਾ ਸਮਾਂ ਸੀ ਉਹ ਵੇਖੋ ਜੀ, ਉਦੋਂ ਸੋਚਦੇ ਹਾਂ ਕਿ ਜਗਰਾਜ ਮੈਨੂੰ ਕਿਉਂ ਲੱਭ ਰਹੀ ਆ, ਕੀ ਕਾਰਨ 1 ਲੱਖ ਰੁਪਏ ਦਾ ਨਾਮ ਰੱਖਤਾ, ਤੇ ਬਾਅਦ ਵਿੱਚ ਇਹੀ ਸੋਚਿਆ ਕਿ ਹੁਣ ਕੀ ਹੋਵੇਗਾ, ਹੁਣ ਤੇ ਸਰਕਾਰ ਦੇ ਹੱਥ ਹੀ ਆਉਣਾ ਪਊਗਾ ਲੱਗਦਾ। ਇਹੋ ਜਿਹਾ ਸੋਚਦੇ ਰਹੇ, ਘਰਦਿਆਂ ਤੇ ਵੀ ਚਲੋ ਪਰਿਵਾਰ ਤੇ ਮੁਸੀਬਤ ਪੈ ਗਈ, ਇਹ ਵੀ ਸੋਚਣ ਲੱਗੇ ਵੀ ਸਾਡਾ ਬੱਚਾ ਕੱਲਾ ਕੀ ਬਣੂਗਾ। ਫਿਰ ਚਲੋ ਮਹਾਰਾਜ ਨੇ, ਗੁਰੂ ਸਾਹਿਬ ਨੇ ਕਿਰਪਾ ਕੀਤੀ ਆਪਾਂ ਨੇ, ਦੇ ਫਿਰ ਪਰਿਵਾਰ ਨੇ ਕਿੰਨੇ ਕੁ ਔਖੇ ਦਿਨ ਵੇਖੇ? ਕਿਉਂਕਿ ਸਾਨੂੰ ਪਤਾ ਵੀ ਜੇ ਕਿਤੇ ਲੋਕਲ ਥਾਣੇ 'ਚ ਹੀ ਮਾਮਲਾ ਹੋਵੇ ਨਾ, ਤੇ ਪੁਲਿਸ ਵਾਲੇ ਨਾਕੇ 'ਚ ਦਮ ਕਰ ਦਿੰਦੇ ਆ, ਔਰ ਤੁਹਾਡਾ ਤਾਂ ਭਾਰਤੀ ਹਕੂਮਤ ਨਾਲ ਟੱਕਰ ਸੀ ਜਗਰਾਜ ਸਿੰਘ ਦੀ। ਕਿੰਨੀ ਕੁ ਪਰਿਵਾਰ ਨੇ ਮੁਸੀਬਤ ਝੱਲੀ, ਤੁਹਾਨੂੰ ਦੱਸਦੇ ਹੋਣਗੇ ਕਿੰਨੀ ਕੁ ਔਖਿਆਈ ਸੀ ਉਹ ਸਮਾਂ? ਵੇਖੋ ਜੀ, ਮੰਨ ਲਓ ਆਪਾਂ ਐਡਾ ਵੱਡਾ ਕੰਮ ਕੀਤਾ ਵਾ, ਤੇ ਉਹਨਾਂ ਨਾਲ ਕਾਰਵਾਈ ਤਾਂ ਆਪਣੀ ਇੱਕ ਨਾ ਪੂਰੀ ਫੁੱਲ ਕੀਤੀ ਆ। ਜੋ ਉਹਨਾਂ ਦੇ ਜੇ ਉਹਨਾਂ ਨੂੰ ਨਹੀਂ ਨਾ ਕੁਝ ਲੱਭਾ ਇਹਦੇ ਵਿੱਚੋਂ, ਕੇਸ ਦੇ ਵਿੱਚੋਂ, ਫੇਰ ਹੀ ਉਹ ਬੈਠੇ ਆ। ਤੇ ਬਾਕੀ ਉਹਨਾਂ ਨੇ ਪੂਰਾ ਆਪਣਾ ਵਾਹ ਲਾਈ ਆ, ਪਿੰਡ ਆਉਂਦੇ ਰਹੇ ਆ, ਪਰਿਵਾਰ ਨੂੰ, ਚਲੋ ਪਰਿਵਾਰ ਵੀ ਆਪਣਾ ਇੱਥੇ ਇੱਕ ਕੁਝ ਘਰੇ ਰਹਿੰਦੇ, ਕੋਈ ਅੱਗਾ ਪਿੱਛਾ ਕਰਦੇ ਰਹੇ। ਪਰਿਵਾਰ ਵੀ ਮਤਲਬ ਕਈ ਦਿਨ ਘਰੋਂ ਬਾਹਰ ਰਹਿੰਦਾ ਰਿਹਾ? ਹਾਂਜੀ, ਘਰੋਂ ਪਰਿਵਾਰ ਬਾਹਰ ਰਹਿੰਦਾ ਰਿਹਾ। ਫਿਰ ਇਸ ਕਾਰਨ ਦੇ ਵਿੱਚ ਦਾਦੀ ਦੀ ਵੀ ਡੈਥ ਹੋ ਜਾਂਦੀ ਰਹੀ। ਹਾਂਜੀ, ਉਹ ਵੀ ਡੈਥ ਹੋ ਗਈ ਉਹਨਾਂ ਦੀ। ਫਿਰ ਇਹ ਸੁਣ ਕੇ ਵੀ ਸਾਡੇ ਬੱਚੇ ਨਾਲ ਕੀ ਹੋਊਗਾ। ਫਿਰ ਉਹ ਬਜ਼ੁਰਗ ਤਾਂ ਚਲੋ ਪਹਿਲਾਂ ਤੋਂ ਹੀ ਉਮਰ ਕਾਫੀ ਉਹਨਾਂ ਦੀ, ਤੇ ਬਾਅਦ ਦੇ ਵਿੱਚ ਉਹ ਚਲਾਨ ਕਰ ਜਾਂਦੇ ਜੀ, ਡੈਥ ਹੋ ਜਾਂਦੀ। ਇਹ ਕਾਫੀ ਦਰਦਨਾਕ ਸੀ। ਜੁਗਰਾਜ ਸਿੰਘ ਜੀ, ਮਾਤਾ ਜੀ ਤੁਹਾਡੇ ਦਾਦੀ ਜੀ ਦੀ ਜਿਹੜੀ ਆ ਉਹ ਅਕਾਲ ਚਲਾਣਾ ਕਰ ਗਏ। ਤੁਹਾਡੇ ਮਨ 'ਚ ਨਾ ਉਦੋਂ ਆਇਆ, ਤੁਸੀਂ ਉਦੋਂ ਮੋਸਟ ਵਾਂਟਡ ਸੀ, ਤੁਹਾਡੇ ਮਨ 'ਚ ਨਾ ਆਇਆ ਵੀ ਮੈਂ ਉੱਥੇ ਜਾਵਾਂ, ਔਰ ਤੁਹਾਨੂੰ ਇਹ ਵੀ ਸੀ ਵੀ ਮੈਂ ਜੇ ਉੱਥੇ ਜਾਣਾ ਤਾਂ ਮੈਨੂੰ ਪੁਲਿਸ ਨੇ ਫੜ ਲੈਣਾ? ਹਾਂਜੀ, ਮੈਂ ਇਹੀ ਸੋਚਦਾ ਸੀ ਕਿ ਮੰਨ ਲਓ ਮੈਂ ਜਾਣਾ, ਅੱਜ ਮੈਂ 4 ਮਹੀਨੇ, ਕੋਈ 3 ਮਹੀਨੇ ਕੱਢੇ ਆ, ਤੇ ਕੱਢਣ ਦੇ ਬਾਵਜੂਦ ਮੈਂ ਜਾਣਾ, ਤੇ ਫਿਰ 4-5 ਮਹੀਨੇ ਦੇ ਮੇਰੇ ਤੇ ਪਾਣੀ ਪੈ ਜਾਂਦਾ ਵਾ। ਹਾਂਜੀ, ਜੇ ਮੰਨ ਲਓ ਮੈਂ ਉਸ ਟਾਈਮ ਤੇ ਆਪਣੀ ਦਾਦੀ ਜੀ ਦੀ ਡੈਥ ਤੇ ਆਉਣਾ ਵਾ, ਫਿਰ ਮੇਰੇ ਤੇ ਹੋਰ ਵੀ ਕੁਝ ਆਪਣਾ ਕਰ ਸਕਦੇ, ਕਿਉਂਕਿ ਉਹ ਪਹਿਲਾਂ ਆਲਰੇਡੀ ਆ ਚੁੱਕੇ ਸੀ ਇੱਥੇ। ਉਹ ਆਪਣੀ ਜੋ ਟੀਮ ਸੀ, ਉਹ ਆਪਣੀ ਟੀਮ ਪਿੰਡ ਦੇ ਵਿੱਚ ਲੈ ਕੇ ਆ ਚੁੱਕੇ ਸੀ, ਵੀ ਉਹਨਾਂ ਨੂੰ ਪਤਾ ਸੀ ਵੀ ਜਗਰਾਜ ਦਾਤੀ ਦੀ ਡੈਥ ਤੇ ਆਊਗਾ। ਹਾਂਜੀ, ਪਰ ਮੈਂ ਨਹੀਂ ਆਇਆ, ਜੁਗਰਾਜ ਸਿੰਘ ਨਹੀਂ ਆਇਆ। ਤਾਂ ਇੱਕ ਜਿਹੜਾ ਮੈਂ ਤੁਹਾਨੂੰ ਪੁੱਛਣਾ ਚਾਹਣਾ, ਜਿਹੜਾ ਕਿ ਇਹ ਇੰਨਾ ਸਮਾਂ ਸੀਗਾ, ਔਰ ਏਜੰਸੀਆਂ ਕੋਲ, ਸਰਕਾਰਾਂ ਕੋਲ ਤੇ ਬਹੁਤ ਜ਼ਿਆਦਾ ਜਿਹੜਾ ਢਾਂਚਾ ਹੈ, ਉਹ ਫੋਨ ਟਰੇਸ ਕਰਦੀ ਹੈ, ਤੁਹਾਡੀ ਲੋਕੇਸ਼ਨ ਉਹ ਲੱਭਦੀ ਹੈ, ਤੁਹਾਡੇ ਮਗਰ ਰੇਕੀ ਕੀਤੀ ਜਾਂਦੀ ਹੈ, ਉਹ ਤਾਂ ਮਤਲਬ ਤੁਸੀਂ ਇੰਨਾ ਸਮਾਂ ਬਚੇ ਕਿਵੇਂ ਰਹੇ? ਕਿਹੜੀ ਤੁਹਾਨੂੰ ਲੱਗਦਾ ਵੀ ਕਿਹੜੀ ਗੱਲ ਸੀ ਜਿੰਦਾ ਤੁਸੀਂ ਖਾਸ ਕਰਕੇ ਧਿਆਨ ਰੱਖਿਆ, ਔਰ ਤੁਸੀਂ ਪੂਰੇ ਦੇਸ਼ ਦੀ ਪੁਲਿਸ ਤੋਂ ਬਚਦੇ ਰਹੇ, ਔਰ ਬਚ ਕੇ ਕਾਮਯਾਬ ਹੋਏ, ਆਖਰ ਨੂੰ ਤੁਸੀਂ ਕਾਨੂੰਨੀ ਤਰੀਕੇ ਨਾਲ ਪੇਸ਼ ਹੋ ਕੇ ਆਪਣੀ ਜ਼ਮਾਨਤ ਲਈ ਹੈ? ਦੇਖੋ ਜੀ, ਹਰ ਕੋਈ ਕਹਿੰਦੇ ਆ ਵੀ ਆਪਣਾ ਜਿਹੜੀ ਮੌਤ ਆ ਆਪਣਾ ਫੋਨ ਆ। ਮੈਂ ਫੋਨ ਦਾ ਵੀ ਪਰਹੇਜ਼ ਕੀਤਾ, ਆਪਣਾ ਵੀ ਪਰਹੇਜ਼ ਕੀਤਾ, ਵੀ ਮੰਨ ਲਓ ਜੇ ਆਪਾਂ ਨੂੰ ਇਹ ਕਾਨੂੰਨੀ ਤੌਰ ਤੇ ਲੜਾਂਗੇ, ਆਪਾਂ ਸਿੱਧਾ ਨਹੀਂ ਲੜ ਸਕਦੇ ਉਹਨਾਂ ਨਾਲ। ਕਾਨੂੰਨੀ ਤੌਰ ਤੇ ਆਪਣਾ ਹੱਕ ਵੀ ਬਣਦਾ। ਚਲੋ ਆਪਣੇ ਨੇ ਇਹ ਵਕੀਲ ਸਾਹਿਬ ਲੜੇ ਵੀ ਹੈਗੇ ਆ, ਆਪਾਂ ਨੂੰ ਹਮੇਸ਼ਾ ਸੱਚ ਦੀ ਜਿਹੜੀ ਜਿੱਤ ਆ ਉਹ ਮਿਲੀ ਆ ਕਾਨੂੰਨੀ ਤੌਰ ਤੇ। ਹਾਂਜੀ, ਕਾਨੂੰਨੀ ਤੌਰ ਤੇ। ਇੱਕ ਲਾਸਟ ਆ ਮੇਰਾ, ਜਦੋਂ ਤੁਸੀਂ ਜੱਜ ਦੇ ਕੋਲੇ ਪੇਸ਼ ਹੋਏ ਦਿੱਲੀ ਦੇ ਵਿੱਚ, ਜਾਂ ਜਦੋਂ ਕ੍ਰਾਈਮ ਬ੍ਰਾਂਚ ਦੇ ਵਿੱਚ, ਕ੍ਰਾਈਮ ਬ੍ਰਾਂਚ ਜੀ ਅੱਛਾ, ਜੱਜ ਕੋਲ ਪੇਸ਼ ਬਾਰ ਜ਼ਮਾਨਤ ਹੋਈ, ਤਾਂ ਜਿਹੜਾ ਵੀ ਉਹ ਸਮਾਂ ਸੀ ਜੋ ਤੁਸੀਂ ਉਹਨਾਂ ਅਧਿਕਾਰੀਆਂ ਕੋਲ ਪੇਸ਼ ਹੋਏ, ਤਾਂ ਕਿੰਨਾ ਸਮਾਂ ਤੁਸੀਂ ਉਹਨਾਂ ਕੋਲ ਗੁਜ਼ਾਰਿਆ, ਔਰ ਉਹਨਾਂ ਦੇ ਹਾਵ ਭਾਵ, ਤੁਹਾਨੂੰ ਸਵਾਲ ਜਵਾਬ ਜਿਹੜੇ ਕਿਸ ਤਰ੍ਹਾਂ ਦੇ ਸੀ? ਕਿਉਂਕਿ ਤੁਸੀਂ ਉਹਨਾਂ ਦੇ ਵਾਸਤੇ ਬਹੁਤ ਵੱਡੇ ਮੋਸਟ ਵਾਂਟਡ ਜੁਗਰਾਜ ਸਿੰਘ ਸੀ, ਔਰ ਆਮ ਦੁਨੀਆ ਵਾਸਤੇ ਸਾਡੇ ਸਾਰਿਆਂ ਦੇ ਮਨ 'ਚ ਸੀ ਵੀ ਇਹ ਮੁੰਡਾ ਜੇ ਪੁਲਿਸ ਦੇ ਹੱਥ ਆ ਗਿਆ ਕੀ ਬਣੂਗਾ, ਇਹਦਾ ਕਿੱਦਾਂ ਹੋਊਗਾ? ਕਿਉਂਕਿ ਜਿਹੜੇ ਪਹਿਲਾਂ ਫੜੇ ਸੀ, ਜਿਹੜੇ ਆਮ ਨੌਜਵਾਨ ਫੜੇ ਸੀ 26 ਜਨਵਰੀ ਤੋਂ ਬਾਅਦ, ਉਹ ਦੱਸਦੇ ਸਾਡੇ ਨਾਲ ਟੌਰਚਰ ਹੋਇਆ, ਸਾਨੂੰ ਗਾਲੀ ਗਲੋਚ ਕੀਤਾ ਗਿਆ, ਔਰ
ਉਹ ਉਹਨਾਂ ਦਾ ਰਵੱਈਆ ਕਿਸ ਤਰ੍ਹਾਂ ਦਾ ਸੀ? ਵੇਖੋ ਜੀ, ਉਹਨਾਂ ਨੇ ਆਪਣੀ ਕਾਰਵਾਈ ਕੀਤੀ ਸੀ ਤੇ ਬਾਕੀ ਉਹਨਾਂ ਨੇ ਮੇਰੇ ਨਾਲ ਪ੍ਰੇਮ ਨੇ ਪੁੱਛਿਆ, ਕੋਈ ਇਹੋ ਜਿਹਾ ਡਿਸੀਜਨ ਨਹੀਂ ਕੀਤਾ। ਬਾਕੀ ਚਲੋ ਉਹਨਾਂ ਦੇ ਇਹੀ ਸਵਾਲ ਸੀ ਕਿ ਤੈਨੂੰ ਬਾਹਰੋਂ ਪੈਸੇ ਆ ਰਹੇ ਨੇ ਤੇ ਤੈਨੂੰ ਪੈਸੇ ਮਿਲੇ ਨੇ ਜੋ ਵੀਡੀਓ, ਮੈਂ ਤਾਂ ਹਾਲੇ ਤੱਕ ਉਹ ਵੀਡੀਓ ਨਹੀਂ ਵੇਖੀ ਵੀ ਜਿਹੜੇ ਪੈਸੇ ਬੋਲਦੇ ਸੀ ਵੀ ਤੈਨੂੰ ਦਵਾਂਗੇ ਜਾਂ ਕਰਾਂਗੇ। ਮੈਂ ਕਿਹਾ ਜੇ ਆਂਦੇ ਵੀ ਦਿੱਤੇ ਤੈਨੂੰ ਪੈਸੇ, ਮੈਂ ਵੀ ਦੱਸੋ ਤੁਸੀਂ ਸਾਰਾ ਕੁਝ ਵੇਖਿਆ ਆਪਣਾ ਕੀਤਾ ਵਾ, ਕੋਈ ਪ੍ਰੂਫ ਦਿਖਾਓ ਮੇਰੇ ਬਰਖਲਾਫ ਕੋਈ ਹੈ, ਚਾਹੇ ਕਿਸੇ ਨੂੰ ਉੱਥੇ ਦਿੱਲੀ ਦੇ ਵਿੱਚ ਮਾਰਿਆ ਵਾ, ਚਾਹੇ ਕਿਸੇ ਪੈਸੇ ਆਏ ਆ, ਤੁਸੀਂ ਦੱਸੋ ਮੈਨੂੰ। ਉਹਨਾਂ ਕੋਲ ਹੈਗਾ ਕੁਝ ਨਹੀਂ ਸੀ। ਚਲੋ ਕੇਸ ਤੇ ਹੁਣ ਉਹਨਾਂ ਨੇ ਹੋ ਗਏ ਸੀ ਤੇ ਉਹਦੇ ਵਿੱਚ ਤਾਂ ਉਹਨਾਂ ਨੇ ਚਲੋ ਆਪਣੀ ਕਾਰਵਾਈ ਕਰਨੀ ਸੀ ਇੰਨੀ ਤਾਂ ਜਿੱਦਾਂ ਦਾ ਇੱਕ ਹੋਰ ਹੁੰਦਾ, ਜਦੋਂ ਵੱਡੇ ਕੇਸ ਹੁੰਦੇ ਆ ਤਾਂ ਅਫਸਰਾਂ ਵਾਸਤੇ ਜਿਹੜਾ ਬਹੁਤ ਅਹਿਮ ਪਲ ਹੁੰਦਾ, ਕਿਉਂਕਿ ਜੇ ਉਹਨਾਂ ਨੇ ਉਹ ਐਡਾ ਵੱਡਾ ਮੋਸਟ ਵਾਂਟਡ ਜੇ ਉਹ ਤੁਹਾਨੂੰ ਗ੍ਰਿਫਤਾਰ ਕਰਦੇ ਤਾਂ ਜਿਹੜੇ ਆ ਖਬਰਾਂ ਦੇ ਟਾਈਟਲ ਕੁਝ ਹੋਰ ਹੋਣੇ ਸੀ। ਜਿਹੜਾ ਜੁਗਰਾਜ ਸਿੰਘ ਆਪਣੇ ਵਕੀਲ ਰਾਹੀਂ ਖੁਦ ਉੱਥੇ ਗਿਆ ਤਾਂ ਉਹਦੇ ਮਤਲਬ ਹੋਰ ਆ। ਤਾਂ ਉਹਨਾਂ ਨੂੰ ਤੁਹਾਡੇ ਤੋਂ ਹੈਰਾਨਗੀ ਨਹੀਂ ਸੀ ਵੀ ਤੇ ਇੰਨਾ ਸਮਾਂ ਇਹਨੇ ਪੂਰੀ ਦੇਸ਼ ਦੀ ਫੋਰਸ ਤੋਂ ਬਚ ਕੇ ਰਹਿ ਗਿਆ ਜੁਗਰਾਜ ਸਿੰਘ, ਕੋਈ ਤੁਹਾਡੇ ਤੋਂ ਹੈਰਾਨਗੀ ਨਹੀਂ ਸੀ ਕਿੱਦਾਂ ਬਚਿਆ ਰਿਹਾ ਸਾਰਾ ਕੁਝ? ਵੇਖੋ ਜੀ, ਹੈਰਾਨਗੀ ਤੇ ਉਹਨਾਂ ਨੂੰ ਹੈਗੀ ਸੀ। ਉਹ ਆਂਦੇ ਵੀ ਮੰਨ ਲਓ ਕਿੱਥੇ ਰਿਹਾ ਇੰਨਾ ਚਿਰ, ਕਿਵੇਂ ਬਚ ਕੇ ਰਹਿ ਗਿਆ। ਤੇ ਇੱਕ ਉਹਨਾਂ ਦੇ ਨਾ ਮੰਨ ਲਓ ਉਹਨਾਂ ਨੂੰ ਇੱਕ ਘਾਟ ਆਈ ਆ ਵੀ ਮੇਰੇ ਕਾਨੂੰਨੀ ਕਾਰਵਾਈ ਦੇ ਹੋਣ ਦੇ ਬਾਵਜੂਦ ਜੇ ਸਿੱਧਾ ਫੜਦੇ ਉਹਨਾਂ ਦਾ ਕੁਝ ਬਣ ਜਾਣਾ ਸੀ, ਐਵੇਂ ਉਹਨਾਂ ਦਾ ਕੁਝ ਬਣਿਆ ਨਹੀਂ। ਜਿਹੜਾ ਨਾਮ ਰੱਖਿਆ ਸੀ ਉਹ ਵਿੱਚ ਹੀ ਰਹਿ ਗਿਆ, ਵਿੱਚ ਹੀ ਰਹਿ ਗਿਆ ਉਹਨਾਂ ਦਾ। ਹਾਂਜੀ, ਤਾਂ ਇਹਨੇ ਜੁਗਰਾਜ ਸਿੰਘ ਜੀ, ਅਸੀਂ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ। ਹੁਣ ਮੈਂ ਜਿਹੜਾ ਕਿ ਗੱਲਬਾਤ ਕਰਾਂਗਾ, ਸਾਡੇ ਨਾਲ ਮੌਜੂਦ ਨੇ ਭਾਈ ਕੰਵਰਪਾਲ ਸਿੰਘ ਦਲ ਖਾਲਸਾ, ਜਿਨ੍ਹਾਂ ਨੇ ਇਸ ਕੇਸ ਦੇ ਵਿੱਚ ਪੂਰਾ ਜਿਹੜਾ ਕਿ ਹੈਗਾ ਇਸ ਸਿੱਖ ਨੌਜਵਾਨ ਦਾ ਸਾਥ ਦਿੱਤਾ ਹੈ। ਕੰਵਰਪਾਲ ਸਿੰਘ ਜੀ, ਅੱਜ ਅਸੀਂ ਬੜੀ ਜਿਹੜਾ ਕਿ ਬਿਨਾਂ ਫਿਕਰ ਕਿਸੇ ਤੋਂ ਬੈਠੇ ਆ। ਉਹ ਜੁਗਰਾਜ ਸਿੰਘ ਜਿਹੜਾ ਕਈ ਮਹੀਨੇ ਕਿਸ ਦੇ ਸਾਹਮਣੇ ਨਹੀਂ ਆਇਆ। ਵਿਕਰਮਜੀਤ ਸਿੰਘ ਨੌਜਵਾਨ ਦੀਆਂ ਤਸਵੀਰਾਂ ਵਾਇਰਲ ਸਾਡਾ ਮੀਡੀਆ ਵੀ ਕਰਦਾ ਰਿਹਾ, ਬਹੁਤ ਸਾਰੇ ਸਿੱਖ ਪੰਥ ਦੇ ਜਾਂ ਸੋਸ਼ਲ ਮੀਡੀਆ ਦੇ ਖਾਤੇ ਕਰਦੇ ਰਹੇ ਵੀ ਇਹ ਨੌਜਵਾਨ ਆ ਮੋਸਟ ਵਾਂਟਡ ਆ। ਕਿੰਨਾ ਅਹਿਮ ਹੈਗਾ ਇਹ ਨੌਜਵਾਨ ਦਾ ਅੱਜ ਇਸ ਤਰੀਕੇ ਦੇ ਨਾਲ ਔਰ ਇਲਾਕੇ ਦੀ ਸੰਗਤ ਦੇ ਵਾਸਤੇ ਇੰਨਾ ਮਾਣ ਸਨਮਾਨ ਲੈ ਕੇ ਸਾਹਮਣੇ ਪੇਸ਼ ਹੋਣਾ, ਜਿਹੜਾ ਇਹਨਾਂ ਨੇ ਕੰਮ ਕੀਤਾ, ਜਿਹੜਾ ਇਹਨਾਂ ਤੋਂ ਗੁਰੂ ਮਹਾਰਾਜ ਨੇ ਸੇਵਾ ਲਈ? ਦੇਖੋ, ਮੈਂ ਜਿੰਨਾ ਕਿ ਮੈਂ ਜੁਗਰਾਜ ਸਿੰਘ ਨੂੰ ਮਿਲਿਆ, ਅੰਡਰਸਟੈਂਡ ਕੀਤਾ, ਔਰ ਹਮੇਸ਼ਾ ਮੈਂ ਜੁਗਰਾਜ ਸਿੰਘ ਨੂੰ ਇਹੀ ਇੱਕ ਗੱਲ ਕਹਿਣਾ ਕਿ ਜੁਗਰਾਜ ਸਿੰਘ ਤੂੰ ਖੁਦ ਵੀ ਅਹਿਸਾਸ ਨਹੀਂ ਕਰ ਸਕਦਾ ਕਿ ਤੂੰ ਕਿੰਨਾ ਵੱਡਾ ਕੰਮ ਕਰ ਦਿੱਤਾ। ਔਰ ਮੈਂ ਤੁਹਾਨੂੰ ਇਹਦੇ ਇੱਕ ਡਿਫਰੈਂਟ ਐਂਗਲ ਤੋਂ ਵੀ ਦੱਸਦਾ ਕਿ ਇਹਨੇ ਕਿੰਨਾ ਵੱਡਾ ਕੰਮ ਕੀਤਾ ਹੈ। ਪ੍ਰਾਈਮ ਮਿਨਿਸਟਰ ਟਵੀਟ ਕਰ ਰਿਹਾ ਕਿ ਟਰਾਈ ਕਲਰ ਦੀ ਬੇਇੱਜ਼ਤੀ ਹੋਈ ਹੈ, ਠੀਕ ਹੈ। ਉਹ ਇਸ ਕਰਕੇ ਨਹੀਂ ਕਹਿ ਰਿਹਾ ਕਿ ਇਹਨੇ ਟਰਾਈ ਕਲਰ ਲਾ ਕੇ ਸੁੱਟਿਆ, ਉਹ ਇਹ ਕਹਿ ਰਿਹਾ ਕਿ ਜਿੱਥੇ ਅਸੀਂ ਟਰਾਈ ਕਲਰ ਚਲਾਉਣਾ ਸੀ ਉੱਥੇ ਤੁਸੀਂ ਕੇਸਰੀ ਨਿਸ਼ਾਨ ਸਾਹਿਬ ਚਲਾਤਾ। ਤੁਸੀਂ ਉਹਦਾ ਲਿਟਰਲ ਮੀਨਿੰਗ ਲੈ ਲਿਓ। ਉਹ ਇਹ ਕਹਿ ਰਿਹਾ ਕਿ ਜਿੱਥੇ ਅਸੀਂ ਹਰ ਸਾਲ ਦੇਸ਼ ਦਾ ਤਿਰੰਗਾ ਚੜਾਉਂਦੇ ਸੀ, ਤੁਸੀਂ ਉੱਥੇ ਸਿੱਖਾਂ ਨੇ ਆਪਣੀ ਕੌਮ ਦਾ, ਆਪਣੇ ਧਰਮ ਦਾ ਝੰਡਾ ਚਲਾ ਦਿੱਤਾ। ਨੰਬਰ 1, ਇਸ ਗੱਲ ਦਾ ਅਹਿਸਾਸ ਇੱਕ ਹੋਰ ਤਰੀਕੇ ਦੇ ਨਾਲ ਮੈਂ ਤੁਹਾਨੂੰ ਕਰਾਨਾ ਕਿ ਜਦੋਂ ਇਹ ਇਨਵੈਸਟੀਗੇਸ਼ਨ ਜੁਆਇਨ ਕਰ ਰਿਹਾ ਸੀ ਤੇ ਉੱਥੋਂ ਦੇ ਇਨਵੈਸਟੀਗੇਸ਼ਨ ਜਿਹੜੇ ਆਫੀਸਰ ਸੀ ਆਈਓ, ਉਹ ਇਹਨੂੰ ਪੁੱਛਦੇ ਨੇ ਕਿ ਜੁਗਰਾਜ ਸਿੰਘ ਤੁਹਾਨੂੰ ਪਤਾ ਹੈ ਕਿ ਇਸ ਜਗ੍ਹਾ ਤੇ ਪ੍ਰਾਈਮ ਮਿਨਿਸਟਰ ਝੰਡਾ ਚੜਾਉਂਦੇ ਸੀਗੇ? ਇਹਨੇ ਕਿਹਾ ਹਾਂਜੀ। ਤੇ ਉਹਨੇ ਕਿਹਾ ਫਿਰ ਤੁਸੀਂ ਕਿਉਂ ਚੜਾਤਾ? ਤੁਸੀਂ ਇਸ ਗੱਲ ਦੀ ਇਨ ਡੈਪਥ ਨੂੰ ਦੇਖੋ ਕਿ ਇਹਨੇ ਉੱਥੇ ਜਾ ਕੇ ਝੰਡਾ ਚਲਾਇਆ ਜਿੱਥੇ ਪ੍ਰਾਈਮ ਮਿਨਿਸਟਰ ਚਲਾਉਂਦਾ ਸੀ। ਸੋ ਪ੍ਰਾਈਮ ਮਿਨਿਸਟਰ ਨੂੰ ਆਪਣੀ ਪਰਸਨਲ ਇਨਸਲਟ ਵੀ ਲੱਗੀ। ਔਰ ਇਹ ਗੱਲ ਛੋਟੀ ਨਹੀਂ, ਅਸੀਂ ਇਹਨੂੰ ਕਹਿ ਦਿੰਦੇ ਹਾਂ ਫਿਰ ਕਿਉਂ ਹੋਇਆ ਨਿਸ਼ਾਨ ਸਾਹਿਬ ਚੜਾਤਾ। ਤੋ ਆਪਾਂ ਸਾਰਿਆਂ ਨੇ ਰਲ ਕੇ ਇੰਡੀਆ ਦੀ ਸੋਵਰੈਨਿਟੀ ਨੂੰ ਚੈਲੰਜ ਕੀਤਾ ਹੈ। ਇਹ ਐਕਟ ਆਫ ਡਿਫਾਈਨਸ ਸੀਗਾ। ਅਸੀਂ ਆਪਣੀ ਹੋਂਦ ਦਾ ਪ੍ਰਗਟਾਵਾ ਕੀਤਾ ਸੀ ਕਿ ਐ ਲੋ ਅਸੀਂ ਵੀ ਝੰਡਾ ਚਲਾਉਣ ਦੇ ਕਾਬਲ ਹੈਗੇ ਆ, ਸਾਡੇ 'ਚ ਵੀ ਹਿੰਮਤ ਹੈਗੀ ਏ। ਜੇ ਤੁਸੀਂ ਸਾਡੇ 3 ਕਾਲੇ ਖੇਤੀ ਕਾਨੂੰਨ ਨਹੀਂ ਰਿਪੀਲ ਕਰੋਗੇ, ख़त्म ਕਰੋਗੇ, ਤੇ ਫਿਰ ਅਸੀਂ ਇਸ ਤੋਂ ਅੱਗੇ ਵੀ ਜਾ ਸਕਦੇ ਹਾਂ। ਔਰ ਉਹਦੀ ਸ਼ੁਰੂਆਤ ਅਸੀਂ ਆਪਣਾ ਕੇਸਰੀ ਨਿਸ਼ਾਨ ਸਾਹਿਬ ਤੁਹਾਡੀ ਜਗ੍ਹਾ ਤੇ ਆ ਕੇ ਚਲਾ ਕੇ ਦੱਸ ਰਹੇ ਹਾਂ। ਬਿਲਕੁਲ। ਤਾਂ ਕੰਵਰਪਾਲ ਸਿੰਘ ਜੀ, ਜਿਸ ਤਰ੍ਹਾਂ ਅਸੀਂ ਵੀ ਜਦੋਂ ਤੁਸੀਂ ਕਿਹਾ ਵੀ ਆਪਾਂ ਕਹਿ ਦਿੰਦੇ ਫਿਰ ਕੀ ਹੋ ਗਿਆ ਉੱਥੇ ਝੰਡਾ ਚਲਾਤਾ, ਤਾਂ ਗੱਲ ਤੇ ਇੰਨੀ ਕੁ ਸੀ ਵੀ ਉਹ ਖਾਲੀ ਇੱਕ ਪੋਲ ਹੈ, ਉੱਥੇ ਝੰਡਾ ਝੁਲਾਇਆ। ਔਰ ਜੇ ਹਾਂ ਕਿਸ ਲਈ ਸੀ, ਔਰ ਅਗਲੀ ਗੱਲ ਵੀ ਜਿੱਡੇ ਕਿ ਲੈਵਲ ਤੇ ਤੁਸੀਂ ਕਹਿ ਰਹੇ ਹੋ ਜਿੱਦਾਂ ਸਾਨੂੰ ਮਹਿਸੂਸ ਕਰਨਾ ਚਾਹੀਦਾ, ਸ਼ਾਇਦ ਅਸੀਂ ਤਾਂ ਨਹੀਂ ਕੀਤਾ ਪਰ ਉਹਨਾਂ ਨੇ ਕਰ ਲਿਆ। ਤਾਂ ਹੀ ਤਾਂ ਉਹਨਾਂ ਨੇ ਸਿਰਫ ਝੰਡਾ ਲਾਉਣ ਨੂੰ ਕਿੰਨੀਆਂ ਧਾਰਾਵਾਂ ਲਾਈਆਂ, ਇਰਾਦਾ ਕਤਲ, UAP ਤੱਕ ਦੀਆਂ ਧਾਰਾਵਾਂ ਸਿੱਧੇ ਤਰੀਕੇ ਨਾਲ ਲਾ ਦਿੱਤੀਆਂ। ਬਲਕਿ ਉਹ ਕਾਨੂੰਨੀ ਜਿਹੜਾ ਕਿ ਤਰੀਕੇ ਵਿੱਚ ਖੁਦ ਹੀ ਆਪਣੀ ਜਿਹੜੀ ਉਹਨਾਂ ਦੀ ਪਹਿਲੀ ਹਾਰ ਆ ਵੀ ਇਹਨੂੰ ਜ਼ਮਾਨਤ ਮਿਲ ਗਈ। ਨਹੀਂ, ਉਹਨਾਂ ਨੇ ਨਾ UAPA ਨਹੀਂ ਲਾਈ। ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਦੇ ਤੇ UAPA ਲਾਈ ਜਾਵੇ। UAPA ਲਾਉਣ ਲਈ ਉਹਨਾਂ ਨੇ ਸਿੱਖਸ ਫॉर ਜਸਟਿਸ ਨੂੰ ਧੱਕੇ ਨਾਲ ਇਸ ਕੇਸ ਨਾਲ ਜੋੜਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਸਿੱਖਸ ਫॉर ਜਸਟਿਸ ਦਾ ਕਿਸੇ ਇਨਡਾਇਰੈਕਟ ਤਰੀਕੇ ਨਾਲ ਇਹਦੇ ਨਾਲ ਨਾਤਾ ਜੁੜ ਜਾਵੇ,
ਕਿਉਂਕਿ ਜਿਹੜੀ ਇੱਕ ਬੈਂਡ ਆਰਗੇਨਾਈਜੇਸ਼ਨ ਹੈ, ਜੇ ਉਹਦਾ ਨਾਤਾ ਜੁੜ ਜਾਂਦਾ ਹੈ ਤੇ UAPA ਲੱਗ ਜਾਂਦੀ ਹੈ। ਸੋ ਸਿਕਸ ਫॉर ਜਸਟਿਸ ਕਿਤੇ ਵੀ ਨਹੀਂ ਜੁੜੀ, ਕੋਈ ਉਹਨਾਂ ਕੋਲ ਧੱਕੇ ਨਾਲ ਵੀ ਨਹੀਂ ਜੁੜੀ, ਜਿਹੜੀ ਉਹ ਧੱਕਾ ਕਰਨਾ ਚਾਹੁੰਦੇ ਸੀ ਨਹੀਂ ਜੁੜੀ, ਕਿਉਂਕਿ ਕਿਸਾਨ ਅੰਦੋਲਨ ਬਹੁਤ ਵੱਡੇ ਪੱਧਰ ਤੇ ਫੈਲ ਚੁੱਕਾ ਸੀ। ਜੇ ਇਹਦੇ ਨਾਲ UAPA ਜੋੜਦੇ ਸੀ ਤੇ ਕਿਸਾਨ ਅੰਦੋਲਨ ਦੇ ਉੱਤੇ ਸਿੱਧਾ ਅਟੈਕ ਸੀਗਾ। ਸੋ ਕਿਸਾਨ ਅੰਦੋਲਨ ਦਾ ਪੂਰੀ ਸੁਸਾਇਟੀ ਨੂੰ, ਸਮਾਜ ਨੂੰ ਆਪਣੇ ਕਲਾਵੇ ਵਿੱਚ ਲੈਣ ਕਰਕੇ ਉਹਨਾਂ ਕੋਲ UAPA ਨਹੀਂ ਲੱਗੀ। ਇਹ ਕੇਸ ਸਿਰਫ 307 ਤੱਕ ਹੀ ਸੀਮਤ ਹੋ ਕੇ ਰਹਿ ਗਿਆ ਤੇ 307 ਦੇ ਵਿੱਚ ਵੀ ਕਿਸੇ ਵੀ ਕਿਸਾਨ ਨੇ ਕੋਈ ਇੰਟੈਂਸ਼ਨਲੀ ਕਿਸੇ ਵੀ ਪੁਲਿਸ ਵਾਲੇ ਨੂੰ ਹਾਰਮ ਨਹੀਂ ਕੀਤਾ, ਸਿਰਫ ਉਹਨਾਂ ਨੇ ਬੈਰੀਕੇਡ ਤੋੜ ਕੇ ਆਪਣਾ ਰਸਤਾ ਬਣਾਇਆ। ਸੋ ਇਸ ਕਰਕੇ ਕੇਸ ਜੇ ਕਾਨੂੰਨੀ ਤੌਰ ਤੇ ਵੇਖੋ ਤੇ ਕੇਸ ਕੁਝ ਵੀ ਨਹੀਂ ਹੈ, ਪਰ ਜੇ ਮੋਰਲੀ ਦੇਖੋ, ਪੋਲੀਟੀਕਲੀ ਦੇਖੋ ਤੇ ਕੇਸ ਬਹੁਤ ਵੱਡਾ ਹੈ ਕਿ ਅਸੀਂ ਲਾਲ ਕਿਲੇ ਤੇ ਜਿਹੜਾ ਕਿ ਇੰਡੀਆ ਦੀ ਸੋਵਰੈਨਿਟੀ ਦੀ ਸੀਟ ਹੈ, ਇੰਡੀਆ ਦੀ ਸੋਵਰੈਨਿਟੀ ਦੀ ਸੀਟ ਹੈ, ਉੱਥੇ ਸਿੱਖਾਂ ਨੇ ਆਪਣੀ ਸੋਵਰੈਨਿਟੀ ਦਾ ਝੰਡਾ ਚੜਾਤਾ। ਹੁਣ ਇਸ ਤਰ੍ਹਾਂ ਉਹਦੀ ਇੰਟਰਪ੍ਰੀਟੇਸ਼ਨ ਕਰੋਗੇ ਨਾ, ਇੰਡੀਆ ਦੀ ਸੋਵਰੈਨਿਟੀ ਦੀ ਸੀਟ ਤੇ ਸਿੱਖਾਂ ਨੇ ਆਪਣੀ ਸੋਵਰੈਨਿਟੀ ਦਾ ਝੰਡਾ ਚੜਾਤਾ, ਫਿਰ ਇਹ ਬਹੁਤ ਵੱਡੀ ਗੱਲ ਹੈ। ਤੇ ਜੇ ਆਪਾਂ ਕਹਾਂਗੇ ਫਿਰ ਕੀ ਹੋਇਆ, ਨਿਸ਼ਾਨ ਸਾਹਿਬ ਚੜਾਤਾ, ਫਿਰ ਉਹ ਗੱਲ ਅਸੀਂ ਆਪ ਹੀ ਛੋਟੀ ਕਰ ਰਹੇ ਹਾਂ। ਬਿਲਕੁਲ ਬਿਲਕੁਲ। ਤਾਂ ਇੱਕ ਕੰਵਰਪਾਲ ਸਿੰਘ ਜੀ ਹੋਰ ਪੁੱਛਣਾ ਚਾਹੁੰਦੇ, ਜਿੱਦਾਂ ਅੱਜ ਸਮਾਗਮ ਸੀ, ਸਟੇਜ ਤੇ ਵਕੀਲ ਸਾਹਿਬਾਨ ਨੇ, ਪਰਮਜੀਤ ਸਿੰਘ ਜੀ ਨੇ ਗੱਲ ਕੀਤੀ ਵੀ ਜਿਹੜੀ ਇਹ ਗੱਲ ਹੈਗੀ ਹੈ ਕਾਨੂੰਨੀ ਤੌਰ ਤੇ ਬਹੁਤ ਸਾਰੀਆਂ ਇਸ ਕੇਸ ਦੇ ਵਿੱਚ ਕਮੀਆਂ ਹੈਗੀਆਂ, ਤਾਂ ਇਹਨਾਂ ਨੂੰ ਬਾਹਰੋਂ ਬਾਹਰ ਜ਼ਮਾਨਤ ਹੋ ਗਈ ਆ। ਕੁਝ ਨੌਜਵਾਨਾਂ ਨੇ ਸਰੈਂਡਰ ਕੀਤਾ, ਕੁਝ ਆਗੂਆਂ ਨੇ ਜਿਨ੍ਹਾਂ ਦਾ ਇਹਨਾਂ ਦੇ ਕੇਸ ਦੇ ਵਿੱਚ ਸੇਮ ਕੇਸ ਸੀ 26 ਜਨਵਰੀ ਵਾਲਾ 96 ਨੰਬਰ FIR 97 98 ਹੈਗੀ ਆ, ਔਰ ਉਹਨਾਂ ਨੇ ਸਰੈਂਡਰ ਕੀਤਾ, ਬੇਲ ਤੇ ਉਹਨਾਂ ਦੀ ਵੀ ਹੋ ਗਈ, ਪਰ ਕੁਝ ਸਮਾਂ ਉਹਨਾਂ ਨੂੰ ਅੰਦਰ ਲਾਉਣਾ ਪਿਆ, ਉਹਨਾਂ ਦੇ ਰਿਮਾਂਡ ਵੀ ਹੋਏ, ਔਰ ਇਹਨਾਂ ਦੀ ਬਾਹਰੋਂ ਬਾਹਰ ਹੋ ਗਈ। ਤਾਂ ਕਿਹੜੀ ਤੁਹਾਨੂੰ ਲੱਗਦਾ ਵੀ ਇਹਨਾਂ ਵਿੱਚ ਇਹਨਾਂ ਦਾ ਇੱਕ ਪੱਖ ਸੀਗਾ ਉਹ ਕਾਨੂੰਨੀ ਤੌਰ ਤੇ ਵੀ ਸਟਰੋਂਗ ਸੀ? ਕਿਉਂਕਿ ਘਰੋਂ ਜਿੱਦਾਂ ਅਸੀਂ ਸਟਾਰਟਿੰਗ ਤੋਂ ਗੱਲਬਾਤ ਕੀਤੀ, ਨਾ ਤਾਂ ਕੁਝ ਸੋਚ ਕੇ ਗਏ ਸੀ ਵੀ ਮੈਂ ਉੱਥੇ ਆਹ ਕੰਮ ਕਰਨ ਜਾਣਾ, ਨਾ ਇਹਨਾਂ ਨੂੰ ਪਿੱਛੋਂ ਕਿਸੇ ਨੇ ਕਿਹਾ ਸੀ ਵੀ ਆਹ ਕੰਮ ਕਰਨ ਜਾਣਾ, ਨਾ ਇਹਨਾਂ ਦਾ ਕਿਸੇ ਉਸ ਤਰ੍ਹਾਂ ਦੀ ਜਥੇਬੰਦੀ ਨਾਲ ਸੰਬੰਧ ਜਿਹੜੀ ਭਾਰਤ 'ਚ ਬੈਨ ਆ। ਇਹ ਤੇ ਆਮ ਕਿਸਾਨਾਂ ਦੇ ਬੱਚੇ ਆ, ਇੱਕ ਸਿੱਖ ਪਰਿਵਾਰ 'ਚੋਂ ਨੇ, ਤਾਂ ਫਿਰ ਉਹਨਾਂ ਨੇ ਇਸ ਕੇਸ ਨੂੰ ਐਡਾ ਵੱਡਾ ਬਣਾਉਣਾ, ਇਹਨਾਂ ਨੌਜਵਾਨਾਂ ਨੂੰ ਸੰਗੀਨ ਧਾਰਾਵਾਂ ਲਾ ਕੇ ਔਰ 1 ਲੱਖ ਤੱਕ ਦਾ ਇਨਾਮ ਔਰ ਪੂਰੀ ਦੇਸ਼ ਦੀਆਂ ਫੋਰਸਾਂ ਲਾ ਦੇਣੀਆਂ, ਛਾਪੇਮਾਰੀ ਹੋਣੀ, ਇਹਨਾਂ ਦੇ ਦਾਦੀ ਜੀ ਦੀ ਮੌਤ ਤੋਂ ਬਾਅਦ ਇਹ ਘਰ ਵੀ ਨਾ ਆ ਸਕਣ, ਇਹਨੂੰ ਕਿਵੇਂ ਲੈਣੇ? ਤੁਸੀਂ ਦੇਖੋ, ਜਿਹੜੀ ਲੀਗਲੀ ਇਸ ਕੇਸ ਦੇ ਦੋ ਪੱਖ ਨੇ ਜਿਹੜੇ ਸਾਡੇ ਬਹੁਤ ਸਾਰੇ ਲੋਕ ਸਮਝ ਨਹੀਂ ਰਹੇ। ਇਹਨਾਂ ਦੀ ਕੇਸ ਦੀ ਐਂਟੀਸਪੇਟਰੀ ਬੇਲ ਕਦੋਂ ਹੋਈ ਹੈ? ਜਦੋਂ ਜਿਹੜਾ ਪ੍ਰਾਈਮ ਅਕਿਊਜ਼ ਦੀਪ ਸਿੱਧੂ ਹੈ ਉਹਦੀ ਰੈਗੂਲਰ ਬੇਲ ਹੋ ਗਈ। ਇਹਨਾਂ ਦੇ ਪਰਿਵਾਰ ਨਾਲ ਮੇਰਾ ਬਹੁਤ ਪਹਿਲਾਂ ਸਬੰਧ ਜੁੜ ਚੁੱਕਾ ਸੀ। ਇਹਨਾਂ ਦੇ ਫਾਦਰ ਨੇ, ਦਾਦਾ ਜੀ ਨੇ, ਇਹਨਾਂ ਨੇ ਕਿਹਾ ਸੀ ਸਾਡੇ ਬੱਚੇ ਦਾ ਕੀ ਬਣੇਗਾ ਜਾਂ ਸਾਡੇ ਬੱਚੇ ਦੀ ਕੀ ਜ਼ਮਾਨਤ ਹੋ ਸਕੇਗੀ, ਤੇ ਮੇਰਾ ਉਸ ਵੇਲੇ ਇਹਨਾਂ ਨੂੰ ਆਨਸਰ ਸੀ ਤੁਹਾਡੇ ਬੱਚੇ ਦੀ ਐਂਟੀਸਪੇਟਰੀ ਬੇਲ ਵਿਦਆਊਟ ਅਰੈਸਟ ਤਾਂ ਹੋਏਗੀ ਜੇ ਪ੍ਰਾਈਮ ਅਕਿਊਜ਼ ਦੀਪ ਸਿੱਧੂ ਦੀ ਰੈਗੂਲਰ ਬੇਲ ਹੋਏਗੀ। ਹੁਣ ਇਹ ਗੱਲ ਕੋਈ ਮਤਲਬ ਟੈਕਨੀਕਲ ਸਮਝ ਨਹੀਂ ਰਿਹਾ ਕਿਉਂ ਮੈਂ ਇਹ ਗੱਲ ਕਹਿ ਰਿਹਾ, ਕਿਉਂਕਿ ਜਦੋਂ ਦੀਪ ਸਿੱਧੂ ਨੂੰ ਰੈਗੂਲਰ ਬੇਲ ਮਿਲੇਗੀ ਤੇ ਰੈਗੂਲਰ ਬੇਲ ਪ੍ਰਾਈਮ ਅਕਿਊਜ਼ ਨੂੰ ਜਿਹੜਾ ਅਰੈਸਟ ਹੈ ਉਹਨੂੰ ਉਦੋਂ ਮਿਲਦੀ ਹੈ ਜਦੋਂ ਜੱਜ ਕਹਿੰਦਾ ਕਿ ਹੁਣ ਇਹਦੀ ਕਸਟਡੀ ਦੀ ਲੋੜ ਨਹੀਂ ਹੈ। ਜੇ ਪ੍ਰਾਈਮ ਅਕਿਊਜ਼ ਦੇ ਕਸਟਡੀ ਦੀ ਲੋੜ ਨਹੀਂ ਹੈ ਤੇ ਫਿਰ ਬਾਕੀਆਂ ਦੀ ਵੀ ਕਸਟਡੀ ਦੀ ਲੋੜ ਨਹੀਂ ਰਹਿੰਦੀ। ਸੋ ਦੈਟ ਮੀਨਸ ਕਿ ਜਿਹੜਾ ਕੇਸ ਹੈ ਉਹ ਆਈਓ ਨੇ, ਇਨਵੈਸਟੀਗੇਟਿੰਗ ਆਫਿਸਰਸ ਨੇ ਸੋਲਵ ਕਰ ਲਿਆ, ਹੁਣ ਕਸਟਡੀ ਦੀ ਲੋੜ ਨਹੀਂ ਹੈ, ਤਾਂ ਹੀ ਉਹਨੂੰ ਪਹਿਲੇ ਨੂੰ ਬੇਲ ਮਿਲੇਗੀ ਨਾ। ਤੇ ਮੈਂ ਇਹਨਾਂ ਨੂੰ ਕਿਹਾ ਸੀ ਕਿ ਜਿਸ ਦਿਨ ਦੀਪ ਸਿੱਧੂ ਦੀ ਰੈਗੂਲਰ ਬੇਲ ਹੋ ਜਾਏਗੀ ਤੁਸੀਂ ਮੇਰੇ ਨਾਲ ਉਸ ਦਿਨ ਸੰਪਰਕ ਕਰਿਆ ਜੇ, ਅਸੀਂ ਅਗਲੇ ਦਿਨ ਹੀ ਐਂਟੀਸਪੇਟਰੀ ਬੇਲ ਲਗਾ ਦੇਵਾਂਗੇ। ਔਰ ਮੈਨੂੰ ਭਰੋਸਾ ਹੈ ਕਿ 70-80% ਐਂਟੀਸਪੇਟਰੀ ਬੇਲ ਥੱਲਿਓਂ ਹੀ ਹੋ ਜਾਏਗੀ। ਅਗਰ ਥੱਲਿਓਂ ਨਾ ਹੋਈ ਤਾਂ ਹਾਈ ਕੋਰਟ ਤੋਂ 100% ਬੇਲ ਹੋਏਗੀ, ਕਿਉਂਕਿ ਪ੍ਰਾਈਮ ਅਕਿਊਜ਼ ਨੂੰ ਬੇਲ ਮਿਲਦੀ ਹੀ ਇਸ ਬਿਨਾਂ ਤੇ ਹੈ ਕਿ ਹੁਣ ਇਹਦੀ ਕਸਟਡੀ ਦੀ ਲੋੜ ਨਹੀਂ ਰਹੀ। ਨੰਬਰ 1। ਦੂਜੀ ਗੱਲ ਹੈ, ਇਹਨੂੰ ਜਿਹੜਾ ਐਡਵਾਂਟੇਜ ਮਿਲਿਆ ਉਹ ਮਿਲਿਆ ਕਿ ਇਹ ਕਿਸੇ ਵੀ ਜਥੇਬੰਦੀ ਦਾ ਮੈਂਬਰ ਨਹੀਂ ਸੀ, ਇਹਦੀ ਕਿਸੇ ਨਾਲ ਐਫੀਲੀਏਸ਼ਨ ਨਹੀਂ ਸੀ, ਤੇ ਇਹਦਾ ਰਿਕਾਰਡ ਕਲੀਨ ਤੇ ਸਾਫ਼ ਸੀ। ਇਹਦਾ ਕਿਸੇ ਵੀ ਜਗ੍ਹਾ ਤੇ ਪਹਿਲਾਂ ਕੋਈ ਐਸਾ ਰਿਕਾਰਡ ਨਹੀਂ ਸੀ ਜਿਹੜਾ ਕਿ ਇਹਦੇ ਖਿਲਾਫ ਕੋਈ ਕੇਸ ਦਾਖਲ ਹੋਇਆ ਹੋਵੇ। ਇਹਦਾ ਇੱਥੋਂ ਵੀ ਉਹਨਾਂ ਨੇ ਜਦੋਂ ਲੋਕਲ ਥਾਣੇ ਤੋਂ ਵੀ ਪਤਾ ਕੀਤਾ ਤੇ ਇਹਦਾ ਰਿਕਾਰਡ ਕਲੀਨ ਸੀ, ਕਿਸੇ ਆਰਗੇਨਾਈਜੇਸ਼ਨ ਦਾ ਇਹ ਮੈਂਬਰ ਨਹੀਂ ਸੀ, ਇਹਦਾ ਕਿਤੋਂ ਬਾਹਰ ਕਿਸੇ ਨਾਲ ਸੰਬੰਧ ਨਹੀਂ ਸੀ, ਇਹਨੂੰ ਕਦੀ ਕੋਈ ਪੈਸਾ ਧੇਲਾ ਨਹੀਂ ਬਾਹਰੋਂ ਆਇਆ, ਇਹਨੇ ਕਦੀ ਕਿਸੇ ਖਾਲਿਸਤਾਨੀ ਆਰਗੇਨਾਈਜੇਸ਼ਨ ਜਾਂ ਖਾਲਿਸਤਾਨੀ ਐਕਟੀਵਿਟੀ 'ਚ ਹਿੱਸਾ ਨਹੀਂ ਲਿਆ। ਸੋ ਇਹ ਸਾਰੀਆਂ ਗਰਾਊਂਡ ਇਹਦੇ ਹੱਕ ਵਿੱਚ ਸੀ, ਪਰ ਇਹ ਸਾਰੀ ਗਰਾਊਂਡ ਤੇ ਹੋਣ ਦੇ ਬਾਵਜੂਦ ਵੀ ਇਹ ਬੇਲ ਤਾਂ ਪੋਸੀਬਲ ਹੋ ਚੁੱਕੀ ਹੈ ਕਿਉਂਕਿ ਦੀਪ ਸਿੱਧੂ ਨੇ ਅਰੈਸਟ ਹੋਣ ਤੋਂ, ਸਰੈਂਡਰ ਕਰਨ ਤੋਂ ਬਾਅਦ 2.5-3 ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਜਦੋਂ ਰੈਗੂਲਰ ਬੇਲ ਲੈ ਲਈ ਤੇ ਉਸ ਦੀ ਜਿਹੜੀ ਅਰੈਸਟ ਟਾਈਮ ਸੀ ਔਰ ਉਹਦੀ ਬੇਲ ਆਰਡਰ ਸੀ, ਉਸ ਨੇ
ਜੁਗਰਾਜ ਤੇ ਇਹਦੇ ਵਰਗੇ ਹੋਰ ਸਾਥੀਆਂ ਦੀ ਐਂਟੀਸਪੇਟਰੀ ਬੇਲ ਦੇ ਲਈ ਬੇਸ ਆਧਾਰ ਬਣਾ ਦਿੱਤਾ। ਬਿਲਕੁਲ ਬਿਲਕੁਲ। ਤਾਂ ਇਹ ਸਪਸ਼ਟ ਹੋ ਜਾਂਦਾ 26 ਜਨਵਰੀ ਨੂੰ ਜਿਹੜਾ ਕਿ ਦਿੱਲੀ ਲਾਲ ਕਿਲੇ ਦੇ ਵਿੱਚ ਜਿੰਨੇ ਵੀ ਨੌਜਵਾਨਾਂ ਦੇ ਉੱਤੇ ਕੇਸ ਦਰਜ ਹੋਏ ਆ, ਉਹ ਜੁਗਰਾਜ ਸਿੰਘ ਹੋਣ, ਬੂਟਾ ਸਿੰਘ ਹੋਣ, ਗੁਰਜੋਤ ਸਿੰਘ, ਜਜਬੀਰ ਸਿੰਘ, ਜਾਂ ਜਿਹੜੇ ਸਾਰੇ ਨੌਜਵਾਨ ਆ, ਇਹਨਾਂ ਦੀ ਜਿਹੜੀ ਹੈ ਉਹ 96 ਨੰਬਰ FIR ਦੇ ਵਿੱਚੋਂ ਜਿਹੜੀ ਆ ਉਹ ਜ਼ਮਾਨਤ ਹੋਈ ਹੈ, ਉਹਨਾਂ ਦੀ ਅਰੈਸਟ ਤੋਂ ਬਾਅਦ ਹੋਈ ਹੈ, ਔਰ ਇਸ ਤਰ੍ਹਾਂ ਇਹਨਾਂ ਦੀ ਜਿਹੜੀ ਬਾਹਰੋਂ ਬਾਹਰ ਹੋ ਗਈ ਆ। ਤਾਂ ਦੀਪ ਸਿੱਧੂ ਵੀ ਜਿਹੜਾ ਉਸੇ ਕੇਸ ਦੇ ਵਿੱਚ ਸੀ, ਉਹਨੇ ਸਰੈਂਡਰ ਕੀਤਾ। ਲੰਮਾ ਸਮਾਂ ਜਿਹੜਾ ਕਿ ਦੋ ਵਾਰ ਤੋਂ ਵੱਧ ਸ਼ਾਇਦ ਉਹਦਾ ਜਿਹੜਾ ਕਿ ਰਿਮਾਂਡ ਵੀ ਲਿਆ ਗਿਆ। ਤਾਂ ਇਹ ਪੂਰੇ ਦਾ ਪੂਰਾ ਜਿਹੜਾ ਇਹ ਘਟਨਾਕ੍ਰਮ ਹੈਗਾ ਲਾਲ ਕਿਲੇ ਦਾ, ਇਹਨੂੰ ਭਾਰਤੀ ਜਿਹੜੀ ਸਰਕਾਰ ਹੈ BJP, ਉਹਦੇ ਸ਼ਾਇਦ ਪ੍ਰੈਸ਼ਰ ਦੇ ਅਧੀਨ ਜਿਹੜਾ ਕਿ ਐਡਾ ਵੱਡਾ ਬਣਾਇਆ ਗਿਆ, ਕਿਉਂਕਿ ਇਹ ਆਮ ਕਿਸਾਨ ਸੀ, ਆਮ ਲੋਕ ਸੀ, ਜਿਹੜੇ ਉਹਨਾਂ ਬਾਰਡਰਾਂ ਨੂੰ ਤੋੜਨ ਤੋਂ ਬਾਅਦ ਜਿਹੜੀਆਂ ਗੱਲਾਂ ਸਟੇਜ ਤੋਂ ਕਹੀਆਂ ਜਾਂਦੀਆਂ ਸੀ ਵੀ ਅਸੀਂ ਉੱਥੇ ਝੰਡਾ ਚਲਾ ਦਿਆਂਗੇ, ਮੋਦੀ ਨੂੰ ਝੁਕਾ ਦਿਆਂਗੇ, ਉਹਨਾਂ ਗੱਲਾਂ ਬਾਤਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਇੱਕ ਬਹੁਤ ਜੋਸ਼ੀਲਾ ਮਾਹੌਲ ਸੀ, ਔਰ ਉਹ ਲਾਲ ਕਿਲੇ ਤੱਕ ਪਹੁੰਚ ਗਏ। ਤਾਂ ਮੈਂ ਜਾਂਦੇ ਜਾਂਦੇ ਇੱਕ ਪੁੱਛਣਾ ਚਾਹੁੰਦਾ, ਹੁਣ ਬੇਲ ਤਾਂ ਹੋ ਗਈ ਹੈ, ਪਰ ਇਹ ਕੁਝ ਵੀ ਨਹੀਂ ਹੈਗਾ। ਤੁਹਾਨੂੰ ਵੀ ਪਤਾ ਹੈ ਜੀ, ਕਿਸਾਨ ਸੰਘਰਸ਼ ਵੀ ਚੱਲ ਰਿਹਾ, ਔਰ ਮੋਦੀ ਸਰਕਾਰ ਜਿਹੜੀ ਹੈ ਕਿਸਾਨ ਸੰਘਰਸ਼ ਨੂੰ ਅਜੇ ਵੀ ਉਹ ਠੇਂਗਾ ਦਿਖਾ ਰਹੀ ਹੈ। ਉਹ ਕਹਿੰਦੇ ਗੱਲਬਾਤ ਕਰ ਲਓ, ਪਰ ਨਾਲ ਨਾਲ ਇਹ ਵੀ ਕਹਿੰਦੇ ਆ ਵੀ ਕਾਨੂੰਨ ਚੰਗੇ ਆ, ਇਹ ਤਾਂ ਵਿਹਲੇ ਲੋਕ ਬੈਠੇ। ਨਾਲ ਨਾਲ ਇਹ ਵੀ ਕਿਹਾ ਜਾ ਰਿਹਾ ਕਿਸਾਨਾਂ ਤੇ ਅਤਿਆਚਾਰ ਜਿਹੜਾ ਕੱਲ ਵੀ ਹਰਿਆਣੇ 'ਚ ਟਕਰਾਓ ਹੋਇਆ, ਕਿਸਾਨਾਂ ਤੇ ਕਾਫੀ ਲਾਠੀਚਾਰਜ ਹੋਇਆ। ਤਾਂ ਇਹਨਾਂ ਦੇ ਕੇਸ ਦਾ ਭਵਿੱਖ ਕੀ ਹੋ ਸਕਦਾ? ਕਿ ਇਹਨਾਂ ਦੇ ਕੇਸ ਦਾ ਭਵਿੱਖ ਕਿਸਾਨੀ ਸੰਘਰਸ਼ ਦੇ ਫੈਸਲੇ ਦੇ ਨਾਲ ਕਿੰਨਾ ਜੁੜਿਆ ਹੋਇਆ? ਇਹਨਾਂ ਦੇ ਕੇਸ ਦਾ ਫੈਸਲਾ ਨਹੀਂ, ਇਹਨਾਂ ਦੇ ਕੇਸ ਦੀ ਹੋਣੀ ਪੂਰੇ ਦੇ ਪੂਰੀ ਕਿਸਾਨ ਅੰਦੋਲਨ ਨਾਲ ਅਟੈਚ ਹੈ। ਜੇ ਕਿਸਾਨ ਅੰਦੋਲਨ ਦਾ ਫੈਸਲਾ ਸਨਮਾਨਯੋਗ ਤਰੀਕੇ ਦੇ ਨਾਲ ਹੁੰਦਾ ਹੈ, ਸਤਿਕਾਰਤ ਤਰੀਕੇ ਦੇ ਨਾਲ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹ ਵਾਪਸ ਪੰਜਾਬ ਆਉਂਦੀਆਂ ਨੇ, ਤੇ ਇਹਨਾਂ ਦਾ ਕੇਸ ਰੱਦ ਹੋਏਗਾ। ਕਿਉਂਕਿ ਸਮਝੌਤੇ ਦੀ ਇੱਕ ਮੱਦ ਇਹ ਵੀ ਹੋਏਗੀ ਕਿ ਜਿੰਨੇ ਵੀ ਕੇਸ ਇਸ ਦੌਰਾਨ ਹੋਏ ਨੇ ਉਹ ਵਾਪਸ ਲਏਗੀ ਸਰਕਾਰ, ਔਰ ਇਹ ਕੰਡੀਸ਼ਨਲ ਹੋਏਗਾ, ਇਦਾਂ ਹੀ ਹੋਏਗਾ। ਇਸ ਤੋਂ ਬਿਨਾ ਕਿਸਾਨ ਜਥੇਬੰਦੀਆਂ ਵਾਪਸ ਪੰਜਾਬ ਨਹੀਂ ਆ ਸਕਦੀਆਂ। ਜੇ ਉਹਨਾਂ ਨੇ ਪੰਜਾਬ ਵਾਪਸ ਆਣਾ, ਸਮਝੌਤਾ ਕਰਕੇ ਆਣਾ, ਤੇ ਇਹ ਕੇਸ ਰੱਦ ਕਰਵਾ ਕੇ ਹੀ ਉਹ ਆਉਣਗੇ। ਜੇਕਰ ਆਪਣੀ ਜਿੱਤ ਨਹੀਂ ਹੁੰਦੀ, ਜੇਕਰ ਇਹ ਅੰਦੋਲਨ ਲਮਕਦਾ, ਜੇਕਰ ਉਹ ਆਪਣੀ ਤਾਕਤ ਵਰਤ ਕੇ, ਆਪਣੀ ਮਕਾਰੀ ਵਰਤ ਕੇ ਸਰਕਾਰ, ਮੋਦੀ ਸਰਕਾਰ ਇਸ ਅੰਦੋਲਨ ਨੂੰ ਦਬਾਉਂਦੀ ਏ, ਕ੍ਰਸ਼ ਕਰਦੀ ਏ, ਤੇ ਮਤਲਬ ਕੁੱਟਮਾਰ ਕਰਕੇ ਉੱਥੋਂ ਖਦੇੜਨ ਦੀ ਕੋਸ਼ਿਸ਼ ਵੀ ਕਰਦੀ ਏ, ਤਾਂ ਫਿਰ ਇਸ ਕੇਸ ਦਾ ਮਤਲਬ ਹੈ ਕਿ ਇਸ ਕੇਸ ਦੇ ਵਿੱਚ ਸਾਡੇ ਇਹਨਾਂ ਸਾਰੇ ਨੌਜਵਾਨਾਂ ਦੀ ਖੱਜਲ ਖੁਆਰੀ ਔਰ ਵਧੇਗੀ, ਔਰ ਇਸ ਕੇਸ ਨੂੰ ਲਮਕਾਇਆ ਵੀ ਜਾਏਗਾ, ਔਰ ਇਸ ਕੇਸ ਦਾ ਨਤੀਜਾ ਕੁਝ ਵੀ ਹੋ ਸਕਦਾ ਹੈ। ਹਾਲਾਂਕਿ ਬਹੁਤ ਕੁਝ ਜੁਡੀਸ਼ਰੀ ਤੇ ਵੀ ਡਿਪੈਂਡ ਕਰਦਾ ਹੈ, ਪਰ ਜਦੋਂ ਸਰਕਾਰਾਂ ਆਪਣੀ ਆਈ ਤੇ ਆ ਜਾਣ ਤੇ ਫਿਰ ਉਹ ਜੁਡੀਸ਼ਰੀ ਦੀ ਵੀ ਬਾਹ ਮਰੋੜ ਲੈਂਦੀਆਂ ਨੇ। ਇੱਥੋਂ ਤੱਕ ਵੀ ਸਰਕਾਰ ਜਾਏਗੀ। ਸੋ ਇਹ ਜਿਹੜਾ ਕੇਸ ਹੈ ਇੱਕ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ ਕੇਸ ਹੈ। ਇਸ ਤੋਂ ਬਿਨਾਂ ਇਹਨੂੰ ਵੱਖ ਕਰਕੇ ਨਹੀਂ ਦੇ ਸਕਦੇ। ਜੋ ਕੱਲ ਹਰਿਆਣੇ ਦੇ ਵਿੱਚ ਹੋਇਆ ਉਹ ਸਰਕਾਰ ਦੀ ਹੰਕਾਰ ਦੀ ਸਿਖਰ ਸੀ। ਹੰਕਾਰੀ ਹੋਈ ਸਰਕਾਰ ਹੈ, ਹੰਕਾਰੀ ਹੋਈ BJP ਹੈ। ਉਹਨੂੰ ਹੁਣ ਚੋਣਾਂ ਦੀ ਵੀ ਪਰਵਾਹ ਨਹੀਂ ਹੈ, ਔਰ ਉਹਨੇ ਇਸ ਗੱਲ ਲਈ ਬਹੁਤ ਦੇਰ ਤੋਂ ਠਾਣੀ ਹੋਈ ਹੈ। ਮੱਕਾਰੀ ਉਹਨਾਂ ਦੇ ਅੰਦਰ ਹੈਗੀ ਹੈ, ਔਰ ਉਹਨਾਂ ਨੇ ਇਹ ਗੱਲ ਠਾਣੀ ਹੋਈ ਹੈ ਕਿ ਉਹਨਾਂ ਨੇ 3 ਕਾਲੇ ਕਾਨੂੰਨ ਰੱਦ ਨਹੀਂ ਕਰਨੇ, ਔਰ ਇਸ ਦੇ ਲਈ ਉਹ ਹੁਣ ਇਸ ਹੱਦ ਤੱਕ ਵੀ ਉਤਰ ਆਏ ਨੇ ਕਿ ਜੇ ਉਹਨਾਂ ਨੂੰ ਕਿਸਾਨਾਂ ਦਾ ਨੁਕਸਾਨ ਕਰਨਾ ਪਵੇ ਜਾਂ ਉਹਨਾਂ ਦੇ ਮੂਵਮੈਂਟ ਨੂੰ ਕ੍ਰਸ਼ ਕਰਨਾ ਪਵੇ ਤਾਂ ਉਹਨਾਂ ਨੇ ਉਹ ਰਾਹ ਵੀ ਹੌਲੀ ਹੌਲੀ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਇਹ ਤਾਂ ਹੁਣ ਸਾਨੂੰ ਸਾਰਿਆਂ ਨੂੰ, ਪੰਜਾਬ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਹਰਿਆਣੇ ਦੇ ਕਿਸਾਨਾਂ ਨੂੰ, ਸਾਰਿਆਂ ਨੂੰ ਸੋਚਣਾ ਪਏਗਾ ਕਿ ਜੇ ਸਰਕਾਰ ਇਸ ਹੱਦ ਤੱਕ ਹੰਕਾਰ ਤੇ ਉਤਰ ਆਈ ਹੈ ਤੇ ਫਿਰ ਸਾਨੂੰ ਉਸ ਦਾ ਮੂੰਹ ਤੋੜਵਾਂ ਜਵਾਬ ਕਿਵੇਂ ਦੇਣਾ ਹੈ। ਜੀ ਬਿਲਕੁਲ ਬਿਲਕੁਲ। ਤਾਂ ਇੱਥੋਂ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਨੌਜਵਾਨਾਂ ਦੇ ਕੇਸ ਜਿਹੜੇ ਆ, ਇਹਨਾਂ ਦਾ ਜਿਹੜਾ ਹੋਣੀ ਹੈ, ਜਿਹਨਾਂ ਦਾ ਭਵਿੱਖ ਹੈਗਾ, ਕੇਸ ਜਦੋਂ ਅੱਗੇ ਚੱਲਣਗੇ, ਜ਼ਮਾਨਤ ਇੱਕ ਸੇਫ ਕਦਮ ਜ਼ਰੂਰ ਹੈ ਵੀ ਇਹਨਾਂ ਦੀ ਅਰੈਸਟ ਨਹੀਂ ਹੋ ਸਕਦੀ, ਪਰ ਜਦੋਂ ਕੇਸ ਅੱਗੇ ਜਾਣਾ, ਚਲਾਨ ਹੋਣਾ, ਸਭ ਕੁਝ ਹੋਣਾ, ਔਰ ਉਸ ਤੋਂ ਪਹਿਲਾਂ ਕਿਸਾਨ ਸੰਘਰਸ਼ ਦਾ ਜਿਹੜਾ ਕਿ ਫੈਸਲਾ ਕੀ ਹੁੰਦਾ ਹੈ, ਕਿਉਂਕਿ ਜਿਸ FIR ਦੇ ਵਿੱਚ ਇਹਨਾਂ ਦੀਆਂ ਜਿਹੜੀਆਂ ਕਿ ਉਹ ਜਿਨ੍ਹਾਂ ਦੀਆਂ ਅਰੈਸਟਾਂ ਹੋਈਆਂ, ਜਿਨ੍ਹਾਂ ਦੀ ਗ੍ਰਿਫਤਾਰੀ ਹੋਈ ਜਾਂ ਬਿਨ ਗ੍ਰਿਫਤਾਰੀ ਤੋਂ ਹੀ ਬੇਲ ਮਿਲ ਗਈ ਹੈ, ਸੇਮ FIR ਜਾਂ ਉਹਨਾਂ ਤੋਂ ਕੁਝ ਅੱਗੇ ਪਿੱਛੇ FIR ਦੇ ਵਿੱਚ ਜਿਹੜਾ ਕਿ ਕਿਸਾਨ ਲੀਡਰਾਂ ਦੇ ਨਾਮ ਖੁਦ ਦੇ ਵੀ ਸ਼ਾਮਲ ਹੈ, ਚਾਹੇ ਪੰਜਾਬ ਦੇ ਕਿਸਾਨ ਲੀਡਰ ਹੈ, ਚਾਹੇ ਪੰਜਾਬ ਤੋਂ ਬਾਹਰ ਦੇ ਕਿਸਾਨ ਲੀਡਰ ਹੈ। ਤਾਂ ਇਹ ਬਹੁਤ ਅਹਿਮ ਜਿਹੜੀ ਗੱਲ ਹੈਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਜਿਹੜੀ ਉਹ ਪਲੈਨਿੰਗ ਜਾਂ ਦਿੱਤੇ ਜਾਣ ਵਾਲੇ ਜਿਹੜੇ ਪ੍ਰੋਗਰਾਮ ਹੈ ਉਹ ਭਾਰਤੀ ਸਰਕਾਰ ਦੇ ਉੱਤੇ ਕਿੰਨਾ ਅਸਰ ਪਾਉਂਦੇ ਹੈ, ਜਾਂ ਸੰਘਰਸ਼ ਦਾ ਭਵਿੱਖ ਕੀ ਹੈ, ਕਿ ਕੋਈ ਮੀਟਿੰਗ ਹੁੰਦੀ ਹੈ, ਡੈਡਲੌਕ ਜਿਹੜਾ ਬਣਿਆ ਹੋਇਆ ਉਹ ਟੁੱਟਦਾ, ਜਾਂ ਜਦੋਂ ਵੀ ਕਿਸਾਨੀ ਮਸਲਾ ਹੱਲ ਹੁੰਦਾ ਤਾਂ ਇਹਨਾਂ FIR, ਇਹਨਾਂ ਪਰਚਿਆਂ ਦੇ ਉੱਤੇ, ਇਹਨਾਂ ਜਿਹੜਾ
ਜਿਹੜਾ ਕਿ ਕੇਸ ਦਰਜ ਕੀਤੇ ਗਏ ਹੈਗੇ ਆ ਇਹਨਾਂ ਦਾ ਫੈਸਲਾ ਕਿਸਾਨਾਂ ਦੇ ਹੱਕ ਦੇ ਵਿੱਚ ਭੁਗਤਾ, ਕਿਉਂਕਿ ਪਹਿਲਾਂ ਵੀ ਕਈ ਵਾਰੀ ਹੋਇਆ ਜਦੋਂ ਵੱਡੇ ਮੋਰਚੇ ਹੁੰਦੇ ਆ, ਜਿਸ ਤਰ੍ਹਾਂ ਕੁਝ ਬਰਗਾੜੀ ਮੋਰਚੇ ਦੀ ਗੱਲ ਕਰ ਲਈਏ ਤਾਂ ਉਦੋਂ ਜਿਹੜੇ ਬਲਾਤਕਾਰੀ ਰਾਮ ਰਹੀਮ ਦੇ ਪੱਖ ਦੇ ਵਿੱਚ ਕੀਤੇ ਗਏ ਤੱਕ ਜਿਹੜੇ ਕਿ ਪਰਚੇ ਦਰਜ ਕੀਤੇ ਹੋਏ ਸੀਗੇ, ਉਹ ਪੰਜਾਬ ਸਰਕਾਰ ਨੇ ਕਿਹਾ ਸੀ ਵੀ ਅਸੀਂ ਰੱਦ ਕਰਾਂਗੇ, ਉਹ ਕਈ ਥਾਂ ਕੀਤੇ ਵੀ ਆ। ਤਾਂ ਜਦੋਂ ਕਿਸਾਨੀ ਸੰਘਰਸ਼ ਦਾ ਜਿਹੜਾ ਨਤੀਜਾ ਨਿਕਲੂਗਾ ਤਾਂ ਉਦੋਂ ਜਿੰਨੇ ਵੀ ਕੇਸ ਦਰਜ ਹੋਏ ਆ, ਚਾਹੇ ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਤੇ ਹੋਏ ਆ, ਚਾਹੇ ਉਹ ਪੰਜਾਬ ਦੇ ਵਿੱਚ ਹੋਏ ਆ, ਚਾਹੇ ਉਹ ਜਦੋਂ ਪੰਜਾਬ ਦੇ ਕਿਸਾਨ ਹਰਿਆਣਾ ਕ੍ਰੋਸ ਕਰਕੇ ਦਿੱਲੀ ਚੱਲੇ ਸੀ, ਜਾਂ ਜਦੋਂ ਹਰਿਆਣੇ ਦੇ ਕਿਸਾਨ ਜਿਹੜੇ ਆ ਆਪਣਾ ਬਾਰਡਰ ਕ੍ਰੋਸ ਕਰਕੇ ਦਿੱਲੀ ਪਹੁੰਚਣ ਵਾਲੇ ਸੀ, ਯੂਪੀ, ਬਿਹਾਰ, ਉੱਤਰਾਖੰਡ, ਸਾਰਿਆਂ ਤੇ ਕੇਸ ਦਰਜ ਹੋਏ ਆ। ਤਾਂ ਜਦੋਂ ਕਿਸਾਨੀ ਸੰਘਰਸ਼ ਦਾ ਫੈਸਲਾ ਹੋਏਗਾ, ਉਹ ਸਮਝੌਤਾ ਹਾਂ ਪੱਖੀ ਹੁੰਦਾ, ਨਾ ਪੱਖੀ ਹੁੰਦਾ, ਕਾਨੂੰਨ ਮੁੱਢ ਤੋਂ ਰੱਦ ਹੁੰਦੇ ਆ, ਜਾਂ ਰੱਬ ਨਾ ਕਰੇ ਸਰਕਾਰ ਜਿਹੜੀ ਆਪਣੀ ਤਾਕਤ ਦਾ ਜਿਹੜਾ ਕਿ ਉਹ ਵਰਤੋਂ ਕਰਕੇ ਇਹਨਾਂ ਨੂੰ ਖਦੇੜ ਦਿੰਦੀ ਆ, ਤਾਂ ਸਾਰੇ ਦਾ ਸਾਰਾ ਜਿਹੜਾ ਹੈ ਕਿ ਇਹਨਾਂ ਕੇਸਾਂ ਦਾ ਜਿਹੜਾ ਭਵਿੱਖ ਆ ਉਸ ਜਿਹੜਾ ਕਿ ਫੈਸਲੇ ਦੇ ਉੱਤੇ ਹੋਏਗਾ। ਤਾਂ ਬਹੁਤ ਬਹੁਤ ਸ਼ੁਕਰੀਆ ਕਮਰਪਾਲ ਸਿੰਘ ਜੀ, ਜੁਗਰਾਜ ਸਿੰਘ ਜੀ। ਆਸ ਕਰਦੇ ਆ ਕਿ ਇਸ ਕਿਸਾਨੀ ਸੰਘਰਸ਼ ਦੇ ਲਈ ਜਿਹੜਾ ਕਿ ਚੰਗਾ ਸਮਾਂ ਆਵੇ। ਦਿੱਲੀ ਦੇ ਬਾਰਡਰਾਂ ਦੇ ਉੱਤੇ ਰੁੱਲ ਰਹੇ ਲੋਕ, 600 ਤੋਂ ਵੱਧ ਮੌਤਾਂ ਹੋਈਆਂ, ਪੂਰੀ ਦੁਨੀਆ ਦਾ ਭਾਈਚਾਰਾ, ਪੂਰੀ ਦੁਨੀਆ ਦਾ ਜਿਹੜਾ ਕਿ ਜਾਗਰੂਕ ਭਾਈਚਾਰਾ, ਜਾਗਰੂਕ ਲੋਕ ਜਿਹੜੇ ਇਸ ਸੰਘਰਸ਼ ਦੀ ਉਹ ਸਾਥ ਦੇ ਰਹੇ ਔਰ ਆਪਣੀ ਜਿਹੜੀ ਆ ਆਪਣੇ ਮੋਢੇ ਦੇ ਨਾਲ ਮੋਢਾ ਜੋੜ ਕੇ ਉਹ ਚੱਲ ਰਹੇ। ਬਹੁਤ ਬਹੁਤ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੇਖਦੇ ਰਹੋ KTV UK। ਧੰਨਵਾਦ।